सेवक जन मानै परतख गुरु निस्तारै। बाणी बिरलो विचारसी जे को गुरमुख होए। एह बाणी महापुरख की निज कर वासा होए। तुखारी संत महला पहला बारह माह एक ओंकार सतगुर प्रसाद। वैसाख भला शाखां वेस करे। तन देखे हर द्वार। आवो दया करे कर आओ प्यारे। दो तारे तारे तुद बिन अड न मोलो। कीमत कौन करे तुद पावा। देख दिखावे टोलो दूर न जाना। अंतर माना हर का महल पशाना। नानक वैसाखी प्रभ पावै। सुरत शब्द मन माना। दूर न जाना अंतर माना। हर का महल पशाना। नानक वैसाखी प्रभ पावै। सुरत शब्द मन माना। वाहिगुरु जी का खालसा वाहिगुरु जी की फतेह। 12 माह तुखारी दा वैसाख महीने दे परथाए उपदेश। ये पावन शब्द इस दी विचार भाई निर्मल सिंह जी धूड़कोट आप जी नूं सरवण करवाउणगे। एक दिन का भाई साहब जी का साडे पास समा है। संगत वालों प्रबंधक सेवादारा वालों भाई साहब जी होरां दा बहुत बहुत धन्यवाद।
ਗੁਰਪੁਰੀ ਵਾਸੀ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ 25 ਤਰੀਕ ਐਤਵਾਰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11:30 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋ ਰਹੇ ਹਨ। ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬ ਜਥੇਦਾਰ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ। ਇਹ ਪ੍ਰੋਗਰਾਮ ਟਾਈਮ ਟੀਵੀ ਚੜ੍ਹਦੀ ਕਲਾ ਤੋਂ ਲਾਈਵ ਟੈਲੀਕਾਸਟ ਵੀ ਹੋਵੇਗਾ। ਬਹੁਤ ਵੱਡੀਆਂ ਸੇਵਾਵਾਂ ਹਨ ਬਾਬਾ ਜੀ ਦੀਆਂ। ਦਿੱਲੀ ਦੇ ਇਹਨਾਂ ਗੁਰਧਾਮਾਂ ਦੇ ਪ੍ਰਤੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਬਾਬਾ ਜੀ ਦੀਆਂ ਸੇਵਾਵਾਂ ਦਾ ਅਭਿਨੰਦਨ ਕਰੀਏ, ਉਹਨਾਂ ਦੇ ਪ੍ਰਤੀ ਆਪਣੀ ਸ਼ਰਧਾ ਆਪਣਾ ਸਤਿਕਾਰ ਭੇਟਾ ਕਰੀਏ। 29 ਤਰੀਕ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਜੋ ਹਰ ਸਾਲ ਦੀ ਤਰ੍ਹਾਂ ਜਿੱਥੇ ਸਤਿਗੁਰੂ ਜੋਤੀ ਜੋਤ ਸਮਾਏ ਗੁਰਦੁਆਰਾ ਬਾਲਾ ਸਾਹਿਬ ਜੋ ਆਸ਼ਰਮ ਦੇ ਇਲਾਕੇ ਵਿੱਚ ਹੈ ਦਿੱਲੀ ਦੇ ਅੰਦਰ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤਰੀ ਤੱਕ ਇਹ ਪਾਵਨ ਗੁਰਪੁਰਬ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਣਾ ਹੈ। ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ ਨ ਪਾਵਤ ਦੇਵ ਸਭੈ, ਮਨ ਇੰਦਰ ਮਹਾ ਸਿਵ ਜੋਗ ਕਰੀ। ਫੋਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਹਰ ਜੁਨ ਮਹਿ ਧਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਿਆਨ ਦੇ ਮੁਜੱਸਮੇ, ਗੁਣਾਂ ਦੇ ਭੰਡਾਰ, ਮਿਹਰ ਅਮਤ ਦੇ ਸਾਈਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਸਤਿਗੁਰੂ 8ਵੇਂ ਗੁਰਦੇਵ
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਜੀ, ਤਿੰਨਾਂ ਦੇ ਵਰੋਸਾਏ ਮੁਬਾਰਕ ਅਸਥਾਨਾਂ ਤੇ ਹਾਜ਼ਰੀਨ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ, ਕਰੋ ਕਿਰਪਾਲਤਾ ਸਾਹਿਬ ਦੇ ਪਾਵਨ ਚਰਨਾਂ ਅੰਦਰ ਬੇਨਤੀ ਕਰੀਏ। ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ, ਮਿਹਰਮਤ ਕਰਕੇ ਵਿਚਾਰ ਦੀ ਸੇਵਾ ਲੈਣ, ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਅਸੀਸ ਬਖਸ਼ੋ ਜੀ, ਅਦਬ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਅੰਮ੍ਰਿਤ ਬਾਣੀ ਤੁਖਾਰੀ ਰਾਗ ਅੰਦਰ 12 ਮਾਹਾਂ ਦਾ ਵਿਸਾਖ ਮਹੀਨੇ ਦਾ ਮੂਲ ਪਾਠ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਤੁਖਾਰੀ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 22ਵਾਂ ਰਾਗ ਹੈ ਤੇ ਤੁਰਕੀ ਬਾਣੀ ਅੰਮ੍ਰਿਤ ਬਾਣੀ ਅੰਦਰ ਸਾਹਿਬ ਨੇ ਜੋ ਉਪਦੇਸ਼ ਦਿੱਤਾ ਉਸ ਨਾਲ ਜੁੜ ਸਕੀਏ। ਇੱਕ ਬੇਨਤੀ ਨੂੰ ਧਿਆਨ ਵਿੱਚ ਰੱਖਿਓ, ਬਾਣੀ ਦਾ ਉਚਾਰਨ ਤੇ ਤੁਰਕੀ ਬਾਣੀ ਦਾ ਅਵਤਰਨ ਹੋਣਾ ਇਹ ਗੁਰੂ ਦੀ ਆਪਣੀ ਖੇਡ ਹੈ। ਕਈ ਵਾਰੀ ਅਸੀਂ ਸੋਚਨੇ ਆ, ਵੇਖੋ ਗੁਰੂ ਗ੍ਰੰਥ ਸਾਹਿਬ ਅੰਦਰ ਤੁਖਾਰੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਰੂਪ ਵਿੱਚ ਇੱਦਾਂ ਕਹਿ ਲਈਏ ਤੇ ਫਿਰ 5ਵੇਂ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਮਾਝ ਰਾਗ ਅੰਦਰ 12 ਮਾਹ ਉਚਾਰਿਆ। ਤੇ ਜਦੋਂ ਅਸੀਂ ਦੂਜੇ ਪਾਸੇ ਵੇਖਦੇ ਹਾਂ, ਇਸੇ ਟਾਈਟਲ ਇਸੇ ਸਿਰਲੇਖ ਥੱਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਮੁਬਾਰਕ ਰਚਨਾ ਰਚਦੇ ਨੇ ਤੇ ਅੱਜ ਇਸ ਪਾਵਨ ਸ਼ਬਦ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਜਿਹੜੀ 12 ਮਾਹ ਹੈ ਨਾ, ਦੋਨੋਂ ਸਮਝਿਓ। ਜਿਵੇਂ ਮਾਝ ਰਾਗ ਅੰਦਰ ਜਿਸ ਨੂੰ ਅਸੀਂ ਅਕਸਰ ਪੜ੍ਹਨੇ ਆ ਮਹੀਨੇ ਦੀ ਤਬਦੀਲੀ ਤੇ ਸੰਗਰਾਂਦ ਵਾਲੇ ਦਿਨ, ਉਹਦੇ ਸੰਗਤ ਜੀ 14 ਬੰਦ ਨੇ। ਪਹਿਲੇ ਬੰਦ ਅੰਦਰ ਵਿਛੋੜੇ ਦਾ ਜ਼ਿਕਰ ਹੈ ਤੇ 14ਵੇਂ ਬੰਦ ਅੰਦਰ ਮਿਲਾਪ ਦਾ ਆਨੰਦ ਹੈ। ਪਹਿਲੇ ਬੰਦ ਦੀ ਪਹਿਲੀ ਪੰਕਤੀ ਆਪ ਅਕਸਰ ਪੜ੍ਹਦੇ ਸੁਣਦੇ ਹੋ, ਰੱਬੀ ਬਾਣੀ ਸਭ ਨੂੰ ਕੰਠ ਹੋਏਗੀ। ਕਿਰਤ ਕਰਮ ਕੇ ਵਿਛੋੜੇ ਮਾਝ ਰਾਗ, ਕਰ ਕਿਰਪਾ ਮੇਲੋ ਰਾਮ। ਹੁਣ ਮਿਲਾਪ ਕਿੱਦਾਂ ਹੋਣਾ ਹੈ, ਇਹਦਾ ਸਾਹਿਬ ਜੀ ਨੇ ਪੂਰੇ ਦਾ ਪੂਰਾ ਜ਼ਿਕਰ 12 ਮਹੀਨਿਆਂ ਦੇ ਨਾਮ ਥੱਲੇ ਸ਼ਬਦ ਵਰਤ ਕੇ, ਜਿਵੇਂ ਬਾਹਰ ਦੀਆਂ ਰੁੱਤਾਂ ਬਦਲਦੀਆਂ। ਵੇਖੋ ਸੂਰਜ ਹੋਈ ਹੈ, ਸਾਹਿਬ ਨੇ ਵੀ ਅੰਮ੍ਰਿਤ ਬਚਨ ਕਹੇ ਸੂਰਜ ਏਕੋ ਰੁੱਤ ਅਨੇਕ, ਸੂਰਜ ਅਨੇਕ ਨਹੀਂ। ਤੇ ਜਿਸ ਧਰਤੀ ਤੇ ਅਸੀਂ ਰਹਿ ਰਹੇ ਹਾਂ, ਇਸ ਧਰਤੀ ਤੇ ਫਿਰ ਰੁੱਤਾਂ ਬਦਲਦੀਆਂ, ਪਰ ਬਦਲਦੀਆਂ ਹੈ ਧਰਤੀ ਦੀ ਚਾਲ ਨਾਲ। ਜਿਵੇਂ ਜਿਵੇਂ ਉਹ ਸੂਰਜ ਦੇ ਦੁਆਲੇ ਘੁੰਮਦੀ, ਦੂਰੀ ਤੇ ਨੇੜਤਾ ਬਣਦੀ। ਸੁਣਿਓ, ਬਿਲਕੁਲ ਜਿਹੜਾ ਮਨੁੱਖਾ ਜਨਮ ਹੈ ਨਾ, ਤੇ ਕੋਈ ਗੁਰੂ ਸ਼ਬਦ ਨਾਲ ਜੁੜ ਕੇ, ਜਿਹੜਾ ਅੱਜ ਦੇ ਸ਼ਬਦ ਦਾ ਨਿਚੋੜ ਹੈ, ਕੋਈ ਗੁਰੂ ਸ਼ਬਦ ਨਾਲ ਜਦੋਂ ਜੀਵ ਜੁੜਦਾ ਹੈ ਨਾ, ਸੁਰਤ ਜੁੜਦੀ ਹੈ ਨਾ, ਉਹ ਵਿਛੜੀ ਹੋਈ ਹੈ। ਤੇ ਜਦੋਂ ਮਾਲਕ ਅੱਗੇ ਬੇਨਤੀ ਕਰਦੀ ਹੈ ਤੇ ਮਾਲਕ ਇਹਨੂੰ ਸਿੱਖਿਆ ਦਿੰਦੇ ਨੇ ਵੀ ਰੱਬ ਦਾ ਚੇਤਾ ਕਰ। ਵੇਖੋ ਉੱਥੇ ਵੀ ਗੱਲ ਚੇਤ ਤੋਂ ਆਰੰਭ ਹੋਈ। ਤੇ ਜਿਸ ਰੱਬੀ ਬਾਣੀ ਨੂੰ ਆਪਾਂ ਸਮਝ ਰਹੇ ਹਾਂ, ਤੁਖਾਰੀ 12 ਮਾਹ, ਇਹ ਛੰਤ ਦੇ ਰੂਪ ਵਿੱਚ ਨੇ, ਜਿਹਨੂੰ ਛੰਦ ਵੀ ਕਿਹਾ ਜਾਂਦਾ ਹੈ। ਇਹਦੇ ਅੰਦਰ 17 ਪਦੇ ਨੇ। ਇਹਦੇ ਅੰਦਰ ਜਦੋਂ ਆਪ ਜੀ ਬਾਣੀ ਪੜ੍ਹੋਗੇ, 4 ਬੰਦ ਨੇ ਜਿਹੜੇ ਪਹਿਲਾਂ ਉਹ ਸਮਝਾਏ। ਫਿਰ ਸੰਗਤ ਜੀ ਸਾਹਿਬ ਜੀ ਨੇ 5ਵੇਂ ਬੰਦ ਤੋਂ ਫਿਰ ਆਰੰਭਤਾ ਕੀਤੀ ਪਰਮਾਤਮਾ ਦੇ ਮਿਲਾਪ ਦੀ। ਪਰ ਗੱਲ ਦੋਵਾਂ ਵਿੱਚ ਇੱਕੋ ਸਮਝਾਈਏ, ਵੱਖਰੇ ਵੱਖਰੇ ਤਰੀਕੇ ਨਾਲ, ਵੀ ਜੇ ਰੱਬ ਦਾ ਮਿਲਾਪ ਕਰਨਾ ਨਾ, ਸਮਝਿਓ ਉਹਦਾ ਇੱਕੋ ਹੀ ਤਰੀਕਾ ਹੈ ਕਿ ਰੱਬ ਦਾ ਚੇਤਾ ਕਰ। ਕਈ ਵਾਰੀ ਬੇਨਤੀ ਕਰੀਦੀ ਹੈ, 3 ਸ਼ਬਦ ਨੇ, ਇੱਕ ਹੈ ਚਿੰਤਾ, ਇੱਕ ਹੈ ਚੇਤ ਤੇ ਇੱਕ ਹੈ ਚੇਤਾ। ਹੁਣ ਜੇ ਤਾਂ ਸਾਡੇ ਚੇਤੇ ਵਿੱਚ ਕੇਵਲ ਦੁਨਿਆਵੀ ਪਦਾਰਥ ਤੇ ਦੁਨਿਆਵੀ ਪਕੜ ਹੈ, ਫਿਰ ਚੇਤੇ ਵਿੱਚ ਚਿੰਤਾ ਜ਼ਰੂਰ ਹੋਏਗੀ। ਬੰਦਾ ਚਿੰਤਾ ਕਰਦਾ, ਇਹ ਨਾ ਹੋ ਜਾਏ ਕਿਧਰੇ, ਇਹ ਨਾ ਹੋ ਜਾਏ ਕਿਧਰੇ, ਇਹ ਨਾ ਹੋ ਜਾਏ। ਜੇ ਚੇਤੇ ਵਿੱਚ ਸੰਸਾਰ ਹੈ ਫਿਰ ਚਿੰਤਾ ਹੋਏਗੀ, ਕਿਉਂਕਿ ਜੋ ਜੋ ਦਿਸੈ ਸੋ ਸੋ ਰੋਗੀ। ਜੇ ਚੇਤੇ ਵਿੱਚ ਪ੍ਰਭੂ ਦਾ ਚੇਤਾ ਹੋ ਜਾਏ, ਜੇ ਚਿੱਤ ਵਿੱਚ ਪ੍ਰਭੂ ਦਾ ਚੇਤਾ ਹੋ ਜਾਏ, ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਚੇਤ ਗੋਵਿੰਦ ਆਰਾਧੀ ਹੈ, ਹੋਵੇ ਆਨੰਦ ਘਣਾ। ਇਸੇ ਤਰੀਕੇ ਨਾਲ ਇਸ ਬਾਣੀ ਅੰਦਰ ਸਮਝਾਇਆ ਵੀ ਭਲਿਆ ਚੇਤਾ ਕਰ। ਤੇ ਹੁਣ ਸੰਗਤ ਜੀ ਜਿਹੜੀਆਂ ਜੀਵ ਆਤਮਾਵਾਂ
ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦੀਆਂ, ਪ੍ਰਭੂ ਦਾ ਮਾਲਕ ਦਾ ਚੇਤਾ ਕਰਦੀਆਂ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਮਿਹਰਾਮਤ ਕਰਦੇ ਨੇ। ਉਹਦੇ ਫਿਰ ਕੀ ਕਰਨਾ, ਚੇਤ ਬਸੰਤ ਭਲਾ ਭਵਰ ਸੁਹਾਵੜੇ, ਕੱਲ ਆਪ ਜੀ ਨੇ ਸ਼ਰਵਣ ਕੀਤਾ। ਤੇ ਸਾਹਿਬ ਕਹਿਣ ਲੱਗੇ ਇਹਦੇ ਚੋਂ ਰਸ ਕੀ ਮਿਲਦਾ ਹੈ? ਕਹਿਣ ਲੱਗੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਲਾਲੀ, ਅੰਦਰ ਪ੍ਰਮਾਤਮਾ ਦੇ ਨਾਮ ਦਾ ਰਸ ਫੁੱਟਣ ਲੱਗ ਜਾਂਦਾ ਹੈ। ਤੇ ਇੱਕ ਗੱਲ ਯਾਦ ਰੱਖਿਓ ਬੜੇ ਧਿਆਨ ਨਾਲ, ਜਦੋਂ ਕੋਈ ਦਰਖਤ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਨਾ, ਤੇ ਕੁਝ ਟਾਈਮ ਲਈ ਆਪਾਂ ਵੇਖਦੇ ਹਾਂ ਉਹ ਬਾਹਰੋਂ ਸੁੱਕ ਜਾਂਦਾ, ਜਾਂ ਇਦਾਂ ਕਹਿ ਲਈ ਉਹਦੇ ਤੇ ਪੱਤ ਝੜ ਆ ਜਾਂਦੀ ਹੈ, ਤੇ ਦਰਖਤ ਦੇ ਪੱਤੇ ਖਤਮ ਹੋ ਜਾਂਦੇ, ਟਹਿਣੀਆਂ ਤੇ ਸ਼ਾਖਾਵਾਂ ਰਹਿ ਜਾਂਦੀਆਂ। ਤੇ ਜਦੋਂ ਦਰਖਤ ਤੇ ਬਨਸਪਤੀ ਤੇ ਪੱਤ ਝੜ ਆਉਂਦੀ ਨਾ ਜੀ, ਉਦੋਂ ਦਰਖਤਾਂ ਦੀ ਪਛਾਣ ਖਤਮ ਹੋ ਜਾਂਦੀ ਹੈ। ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਦਰਖਤ ਕਾਹਦਾ ਹੈ। ਤੇ ਪਤਾ ਕਦੋਂ ਲੱਗਦਾ ਵੀ ਇਹ ਦਰਖਤ ਕਿਹੜਾ ਹੈ? ਜਦੋਂ ਉਹਨਾਂ ਸ਼ਾਖਾਵਾਂ ਦੇ ਪੱਤੇ ਨਿਕਲੇ ਆਉਂਦੇ ਆ, ਫਿਰ ਪਤਾ ਲੱਗਦਾ ਵੀ ਇਹ ਤੇ ਫਲਾਣਾ ਦਰਖਤ ਹੈ, ਇਹ ਤੇ ਫਲਾਣੀ ਬਨਸਪਤੀ ਦਾ ਫਲਾਣਾ ਪੌਦਾ ਹੈ। ਬਿਲਕੁਲ ਜਦੋਂ ਕੋਈ ਜੀਵ ਅੰਦਰੋਂ ਮਾਲਕ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ, ਉਹਨੂੰ ਨਾਮ ਜਲ ਮਿਲਦਾ ਹੈ, ਉਹ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ। ਤੇ ਸਾਹਿਬ ਜੀ ਅੱਜ ਦੇ ਪਾਵਨ ਸ਼ਬਦ ਦੀ ਆਰੰਭਤਾ 'ਚ ਬਖਸ਼ਿਸ਼ ਕਰਦੇ ਨੇ, ਵੈਸਾਖ ਭਲਾ। ਇਹ ਮਹੀਨਾ, ਇਹ ਰੁੱਤ, ਇਹ ਸਮਾਂ ਬੜਾ ਚੰਗਾ ਹੁੰਦਾ, ਬੜਾ ਭਲਾ ਹੁੰਦਾ। ਕਿਉਂ? ਕਿਉਂਕਿ ਸਾਖਾ ਵੇਸ ਕਰੇ। ਹੁਣ ਜਿਹੜਾ ਵੈਸਾਖ ਸ਼ਬਦ ਹੈ ਨਾ, ਇਹਨੂੰ ਵਿਦਵਾਨ ਸੱਜਣ ਦੋ ਸ਼ਬਦਾਂ ਦੀ ਸੰਧੀ ਮੰਨਦੇ ਨੇ, ਇੱਕ ਵੇਸ, ਦੂਜਾ ਸ਼ਾਖ। ਵੇਸ ਦਾ ਅਰਥ ਹੋ ਗਿਆ ਕੱਪੜੇ, ਪਹਿਰਾਵਾ, ਬਾਣਾ, ਵੇਸ਼ ਭੂਸ਼ਾ ਕਹਿ ਲਓ ਸੰਸਕ੍ਰਿਤ ਵਿੱਚ। ਇਹ ਜਿਹੜਾ ਸਾਡਾ ਬਾਣਾ, ਜਿਹੜੇ ਸਾਡੇ ਕੱਪੜੇ ਹੈ, ਇਹ ਅੰਦਰ ਦੀ ਸ਼ਾਖ ਦੀ ਨਿਸ਼ਾਨੀ ਹੈ। ਫਿਰ ਸੌਖਾ ਕਰਦੇ ਆ, ਜਿਵੇਂ ਕਿਸੇ ਦਰਖਤ ਦੀਆਂ ਸ਼ਾਖਾਵਾਂ ਟਹਿਣੀਆਂ ਦੀ ਨਿਸ਼ਾਨੀ ਉਹਦੇ ਪੱਤੇ ਹੁੰਦੇ ਨਾ, ਬਿਲਕੁਲ ਜੁੜੀ ਹੋਈ ਆਤਮਾ ਦੇ ਜਿਹੜੇ ਬਾਹਰ ਦੀ ਵੇਸ਼ ਭੂਸ਼ਾ ਵੀ ਹੈ ਨਾ, ਉਹ ਵੀ ਕਦੇ ਨਿਸ਼ਾਨੀ ਹੁੰਦੀ ਹੈ, ਤੇ ਹੁੰਦੀ ਸੀ ਤੇ ਰਹੇਗੀ। ਤਿੰਨੇ ਟੈਂਸਾਂ ਵਿੱਚ ਸਮਝਿਓ। ਤੇ ਸਾਹਿਬ ਕਹਿਣ ਲੱਗੇ ਜਿਹੜੀਆਂ ਜੀਵ ਆਤਮਾ ਨੇ ਰੱਬ ਦਾ ਚੇਤਾ ਕੀਤਾ, ਜਦੋਂ ਹੀ ਉਹ ਵਿਸਾਖ ਦੇ ਮਹੀਨੇ 'ਚ ਆਈਆਂ। ਹੋਰ ਥੋੜੀ ਗੱਲ ਖੋਲ੍ਹਦੇ ਹਾਂ, ਜਿਵੇਂ ਬਾਹਰ 12 ਮਹੀਨੇ ਆ ਨਾ, ਉਵੇਂ ਹੀ ਜਦੋਂ ਅਸੀਂ ਚੇਤ ਤੋਂ ਗੱਲ ਆਰੰਭਦੇ ਹਾਂ, ਤੇ ਕਿੱਥੋਂ ਤੱਕ ਗੱਲ ਜਾਂਦੀ ਹੈ? ਸਤਿਗੁਰੂ ਜੀ ਗੱਲ ਲੈ ਜਾਂਦੇ ਨੇ ਫਲਗੁਣ ਤੱਕ। ਤੇ ਗੁਣਾਂ ਦਾ ਫਲ ਕੀ ਮਿਲਦਾ ਹੈ? ਵੇਖੋ, ਚੇਤ ਵਿੱਚ ਵੀ ਕਿਹਾ, ਜੇ ਉਧਰੋਂ ਬੇਨਤੀ ਨਾਲ ਕਰ ਰਹੇ ਮਾਝ ਰਾਗ ਚੋਂ, ਉਧਰ ਕਿਹਾ ਕਿ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ। ਇਹ ਆਨੰਦ ਕਿੱਥੇ ਜਾ ਕੇ ਸੰਪੂਰਨ ਹੋ ਗਿਆ, ਲੀਨਤਾ ਹੋ ਗਈ। ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟੇ ਆਏ, ਸਾਖਾ ਵੇਸ ਕਰੇ। ਸਾਹਿਬ ਕਹਿਣ ਲੱਗੇ ਜਦੋਂ ਕੋਈ ਰੱਬ ਦਾ ਚੇਤਾ ਕਰਦਾ ਹੈ ਨਾ, ਉਹਦੇ ਅੰਦਰੋਂ ਇੱਕ ਰਸ ਪੈਦਾ ਹੁੰਦਾ ਹੈ, ਤੇ ਉਹ ਰਸ ਹੈ ਜਿਹੜਾ ਅਜਾਈ ਨਹੀਂ ਜਾਂਦਾ। ਮੈਂ ਉਹਨਾਂ ਸੱਜਣਾਂ ਦੇ ਚਰਨਾਂ 'ਚ ਬੇਨਤੀ ਕਰਨਾ, ਬੜੇ ਪਿਆਰ ਨਾਲ ਸੁਣਿਓ ਸੰਗਤ ਜੀ। ਜਦੋਂ ਕੋਈ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ, ਬਾਬਾ ਕਬੀਰ ਸਾਹਿਬ ਕਹਿੰਦੇ ਉਹਦੇ ਝਗੜੇ ਸਾਰੇ ਖਤਮ ਹੋ ਜਾਂਦੇ ਆ। ਕਬੀਰ ਪ੍ਰੀਤ ਏਕ ਸਿਓ ਕੀਏ, ਆਣ ਦੁਬਦਾ ਜਾਏ, ਦੁਬਦਾਵਾਂ ਖਤਮ। ਇਹ ਤਾਂ ਮਨੁੱਖੀ ਮਨ ਦੇ ਝਗੜੇ ਹੈ ਕਿ ਇਹ ਨਹੀਂ, ਆਹ ਕਰਨਾ ਹੈ। ਜਿਹੜਾ ਅੰਦਰੋਂ ਜੁੜ ਗਿਆ, ਜਿਵੇਂ ਲੱਗੀ ਹੋਈ ਜਿਹੜੀ ਜੜ ਹੈ ਦਰਖਤ ਦੀ, ਤੇ ਜਿੱਦੇ ਦਰਖਤ ਦੀ ਜੜ ਜਿਹੜੀ ਲੱਗੀ ਹੈ ਨਾ, ਉਹਦੀ ਫਿਰ ਹਰਿਆਲੀ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਲੱਖ ਯਤਨ ਕਰੇ ਨਾ, ਜਿਹੜੇ ਦਰਖਤ ਦੀ ਜੜ ਲੱਗੀ ਹੈ ਤੇ ਬੰਦਾ ਕਹੇ ਮੇਰੇ ਪੱਤੇ ਨਹੀਂ ਨਿਕਲਣਦੇ ਨੇ, ਕੋਈ ਨਹੀਂ ਰੋਕ ਸਕਦਾ। ਤੇ ਜਿਹੜਾ ਜੀਵ, ਜਿਹੜੀ ਸੁਰਤ ਰੱਬ ਦੇ ਨਾਮ ਨਾਲ ਜੁੜ ਗਈ, ਉਹਦਾ ਇੱਕ ਵੇਸ ਹੋ ਜਾਂਦਾ। ਇਸੇ ਕਰਕੇ ਉਧਰ ਆਪਾਂ ਜਾਣਾ ਨਹੀਂ, ਬਹੁਤਾ ਖੋਲਣਾ ਨਹੀਂ ਗੱਲ ਨੂੰ। ਜਿੰਨੇ ਪੁਰਾਤਨ ਮਹਾਰਿਸ਼ੀ ਸਨ, ਰਿਸ਼ੀ ਸਨ, ਜਿੰਨੇ ਪੀਰ ਪੈਗੰਬਰ, ਤੇ ਮੈਨੂੰ ਸ਼ਬਦ ਕਹਿਣ ਦੀ ਇਜਾਜ਼ਤ ਦਿਓ, ਸਾਰੇ ਸਾਬਤ ਸੂਰਤ ਸਨ। ਕਿਉਂ? ਕਿਉਂਕਿ ਉਹਨਾਂ ਨੇ ਰੱਬ ਨਾਲ ਮੱਥਾ ਨਹੀਂ ਡਾਇਆ। ਉਹਨਾਂ ਨੇ ਵੈਸਾਖ ਭਲਾ, ਸਾਖਾਂ ਵੇਸ ਕਰੇ। ਜਦੋਂ ਅੰਦਰੋਂ ਪ੍ਰਮਾਤਮਾ ਨਾਲ ਜੁੜ ਗਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛ ਲਿਓ ਵੀ ਰੱਬ ਦਾ ਵੀ ਕੋਈ ਵੇਸ ਹੈਗਾ? ਤੇ ਜਿਨ੍ਹਾਂ ਨੂੰ ਦਰਸ਼ਨ ਹੋਏ, ਕਿਹਾ ਗੁਰੂ ਗ੍ਰੰਥ ਸਾਹਿਬ ਨੇ ਉਹ ਨਿਰਗੁਣ ਸਰੂਪ 'ਚ ਗੱਲ ਕਹੀ, ਅਸੀਂ ਉਹਨੂੰ ਕਈ ਵਾਰੀ ਸਰਗੁਣ ਸਰੂਪ 'ਚ ਲਾ ਲੈਂਦੇ ਵੀ ਵੇਖੋ ਜੀ, ਗੁਰੂ ਸਾਹਿਬ ਨੇ ਕਿਹਾ ਵੀ ਰੱਬ ਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕਿ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੇ ਗੁਣ ਤੇ ਪ੍ਰਭ ਭੈਨ। ਇਹ ਨਿਰਗੁਣ ਸਰੂਪ ਹੈ। ਤੇ ਜਦੋਂ ਸਰਗੁਣ ਸਰੂਪ ਦੀ ਗੱਲ ਕੀਤੀ ਹੈ, ਉਦੋਂ ਸਾਹਿਬ ਨੇ ਕਿਹਾ ਸਹਿਸ ਤਵ ਨੈਣ, ਸਾਰੀਆਂ ਅੱਖਾਂ ਉਸੇ ਦੀਆਂ ਨੇ, ਹਜ਼ਾਰਾਂ ਹੀ ਜਿਹੜੀਆਂ ਅੱਖਾਂ, ਬੇਗਿਣਤ ਜਿਹੜੀਆਂ ਅੱਖਾਂ ਉਹਦੀਆਂ ਨੇ, ਬੇਗੰਤ ਜਿਹੜੇ ਇਨਫੈਂਟੀ ਪੈਰ ਉਹਦਾ ਹੀ ਨੇ ਨਾ। ਇਸ ਲਈ ਸੰਗਤ ਜੀ, ਜਦੋਂ ਕੋਈ ਰੱਬ ਦੇ ਨਾਮ ਨਾਲ ਜੁੜਿਆ ਵੈ, ਸਾਖ ਭਲਾ, ਸਾਖਾਂ ਵੇਸ ਕਰੇ।
ਜਿਹੜੀ ਜੀਵ ਆਤਮਾ ਰੱਬ ਦੇ ਨਾਮ ਨਾਲ ਜੁੜ ਗਈ, ਉਹਨੇ ਕੀ ਕੀਤਾ? ਉਹਨੇ ਕਿਹਾ ਇਹ ਮਹੀਨਾ ਬਹੁਤ ਚੰਗਾ ਹੈ, ਇਹ ਸਮਾਂ ਬਹੁਤ ਚੰਗਾ ਹੈ, ਰੁੱਤ ਬੜੀ ਚੰਗੀ ਹੈ। ਕਿਉਂ? ਕਿਉਂਕਿ ਇਸ ਸਮੇਂ ਵਿੱਚ, ਹੁਣ ਬਾਹਰੀ ਵੀ ਇਹਨੂੰ ਲਾਇਓ, ਇਸ ਸਮੇਂ ਵਿੱਚ ਜਿਹੜੇ ਬਾਹਰ ਦੇ ਦਰਖਤ ਨੇ ਜਿਨ੍ਹਾਂ ਨੂੰ ਪਾਲੇ ਨੇ, ਠੰਡ ਨੇ, ਕੱਕਰ ਨੇ ਝੰਬਿਆ ਨਾ, ਤੇ ਉਹਨਾਂ ਤੇ ਜਦੋਂ ਰੁੱਤ ਬਦਲੀ, ਉਹਦੀ ਹਰਿਆਵਲ ਆ ਗਈ, ਉਹਦੇ ਤੇ ਪੱਤੇ ਆ ਗਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਲਿਆ ਇਹ ਤੋਂ ਸਿੱਖਿਆ ਲੈ, ਜਿਵੇਂ ਪੱਤ ਝੜ ਲੰਘਣ ਤੋਂ ਬਾਅਦ, ਸੋਕਾ ਲੰਘਣ ਤੋਂ ਬਾਅਦ ਦਰਖਤ ਦੀਆਂ ਟਹਿਣੀਆਂ ਹਰੀਆਂ ਹੋ ਜਾਂਦੀਆਂ, ਬਿਲਕੁਲ ਜਦੋਂ ਰੱਬ ਦੇ ਨਾਮ ਨਾਲ ਕੋਈ ਜੁੜਦਾ ਹੈ, ਜੀਵ ਆਤਮਾ ਦੇ ਅੰਦਰ ਹਰਿਆਵਲ ਹੋ ਜਾਂਦੀ ਹੈ। ਜਿਹਨੂੰ ਸਾਹਿਬ ਨੇ ਕਿਹਾ ਸੋ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਚਾਹੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸਰੀਰਕ ਰੂਪ ਵਿੱਚ ਇਸ ਧਰਤੀ ਤੇ ਬੈਠੇ ਤੇ ਕੇਵਲ ਉਦੋਂ ਹੀ ਹਰੀ ਨਹੀਂ ਹੋਈ, ਅੱਜ ਵੀ ਲੱਖਾਂ ਜੀਵ, ਲੱਖਾਂ ਸੁਰਤ, ਲੱਖਾਂ ਆਤਮਾਵਾਂ ਇੱਥੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਹਰਾ ਕਰਦੀਆਂ, ਉਹਦੀਆਂ ਸ਼ਾਖਾਂ ਬਾਹਰ ਫੁੱਟਦੀਆਂ, ਭਾਵ ਉਹਦੀ ਅੰਦਰ ਦੀ ਹਰਿਆਲੀ ਬਾਹਰ ਸਫੁੱਟ ਹੁੰਦੀ ਹੈ। ਵਿਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ, ਆਵਹੁ ਦਇਆ ਕਰੇ। ਜਦੋਂ ਅੰਦਰੋਂ ਪਿਆਰ ਪੈਦਾ ਹੋਇਆ ਨਾ, ਧਨ ਦਾ ਅਰਥ ਹੋਇਆ ਜੀਵ ਆਤਮਾ, ਇਸਤਰੀ। ਕਹਿਣ ਲੱਗੇ ਫਿਰ ਇਹ ਜੀਵ ਆਤਮਾ ਰੂਪੀ ਇਸਤਰੀ ਨਾ ਰੱਬ ਵੱਲ ਹੱਥ ਜੋੜ ਕੇ ਬੇਨਤੀ ਕਰਦੀ ਹੈ, ਉਹਦੇ ਦਰ ਵੱਲ ਵੇਂਦੀ ਹੈ, ਧਨ ਦੇਖੈ ਹਰ ਦੁਆਰ। ਇਹ ਬੇਨਤੀ ਕਰਦੀ, ਹੁਕਮ ਨਹੀਂ। ਬੇਨਤੀ ਕਰਦਿਆਂ ਕੀ ਕਹਿੰਦੀ? ਆਵਹੁ ਦਇਆ ਕਰੇ, ਕਿ ਹੇ ਮਾਲਕ ਪ੍ਰਮਾਤਮਾ ਜੀ, ਮੇਰੇ ਘਰ ਵਿੱਚ ਕਿਰਪਾ ਕਰਕੇ ਆਓ। ਫਿਰ ਬੇਨਤੀ ਕਰਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਕਿਤੇ ਗਿਆ ਨਹੀਂ, ਤੇਰੇ ਅੰਦਰ ਹੈ, ਸਭ ਦੇ ਅੰਦਰ ਹੈ। ਫਰਕ ਇੰਨਾ ਵੀ ਜਦੋਂ ਕੋਈ ਗੁਰੂ ਸ਼ਬਦ ਨਾਲ ਜੁੜਦਾ ਹੈ ਨਾ, ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਤੇ ਪ੍ਰਗਟ ਹੋਣਾ ਜਾਂ ਪ੍ਰਮਾਤਮਾ ਦਾ ਜਿਹੜਾ ਮਿਲਾਪ ਹੈ ਨਾ, ਜਿਹਨੂੰ ਬੇਨਤੀ ਨੂੰ ਸੁਣਿਓ, ਇਹ ਸਾਡੇ ਵੱਸ ਦੀ ਖੇਡ ਨਹੀਂ ਹੈ। ਅਸੀਂ ਅੱਜ ਕੀ ਕਹਿੰਦੇ ਆ ਵੀ ਵੇਖੋ ਜੀ ਬੰਦਾ ਗੁਰੂ ਸ਼ਬਦ ਨੂੰ ਕਮਾਏ ਤੇ ਉਹ ਮਿਲ ਜਾਏਗਾ, ਇਹ ਕੋਈ ਕੰਡੀਸ਼ਨ ਨਹੀਂ ਹੈ, ਇਹ ਤਰੀਕਾ ਹੈ। ਦੋਹਾਂ ਗੱਲਾਂ 'ਚ ਅੰਤਰ ਵੇਖਿਓ। ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਇਬਾਦਤ ਕਰਨੀ, ਇਹ ਰੱਬ ਦੇ ਮਿਲਾਪ ਦਾ ਸਹਿਜ ਦਾ ਤਰੀਕਾ ਹੈ। ਕੋਈ ਕੱਲ ਨੂੰ ਉਲਾਂਭਾ ਦੇ ਵੀ ਵੇਖੋ ਅੱਜ ਅਸੀਂ ਇਹੀ ਕਰਨੇ ਨਾ, ਵੀ ਮੈਂ ਇੰਨੀ ਬਾਣੀ ਪੜ੍ਹੀ ਜੀ ਮੈਨੂੰ ਤੇ ਕੁਝ ਮਿਲਿਆ ਨਹੀਂ। ਸਾਹਿਬ ਕਹਿੰਦੇ ਤੂੰ ਆਪਣੀ ਕਰਨੀ ਤੇ ਭਰੋਸਾ ਕਰਦਾ ਹੈ, ਤੂੰ ਕਰਕੇ ਕਈ ਵਾਰੀ ਆਪਣੇ ਕਰਨ ਦੀ ਹਉਮੈ ਕਰਦਾ ਹੈ ਵੀ ਵੇਖੋ ਜੀ ਮੈਂ ਇੰਨੇ ਘੰਟੇ ਬੈਠਿਆ, ਮੈਂ ਇੰਨੀ ਇਬਾਦਤ ਕੀਤੀ। ਸਾਹਿਬ ਕਹਿੰਦੇ ਕਰਦਾ ਰਹੋ, ਪਰ ਇੱਕ ਗੱਲ ਕਰੀ, ਕਰਦਿਆਂ ਹੋਇਆਂ ਇਹ ਬੇਨਤੀ ਕਰਦਾ ਰਹੀ ਵੀ ਆਵਹੁ ਦਇਆ ਕਰੇ, ਦਇਆ ਕਰੋ ਕਿਰਪਾ ਕਰਕੇ, ਹੇ ਪ੍ਰਮਾਤਮਾ ਜੀ, ਹੇ ਪ੍ਰਭੂ ਜੀ, ਮੈਨੂੰ ਆਪਣੇ ਦੀਦਾਰੇ ਬਖਸ਼ੋ। ਇੱਕ ਬੇਨਤੀ ਫਿਰ ਕਰਾਂ, ਕੁਝ ਲੋਕ ਦੁਨੀਆ ਦੇ ਵਿੱਚ, ਧਰਮ ਦੀ ਦੁਨੀਆ 'ਚ ਹੁੰਦੇ ਨੇ, ਜਿਨ੍ਹਾਂ ਦਾ ਰੱਬ ਨੂੰ ਸਿਮਰਨਾ ਕੇਵਲ ਕਾਮਨਾ ਹੁੰਦਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਨੇ ਵੈਸੇ ਮੋਹਰ ਲਾਈ, ਕਹਿੰਦੇ ਚੱਲ ਤੂੰ ਕਾਮਨਾ ਕਰਕੇ ਸਿਮਰ ਇੱਕ ਵਾਰੀ। ਕਬੀਰ ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿਤ। ਪਰ ਇਹ ਕਾਮਨਾ ਵਾਲਾ ਉਹਦੇ ਛੱਡ ਨਾ ਦੇ ਜਿਹਦੇ ਕਾਮਨਾ ਪੂਰੀ ਹੋ ਜਾਏ। ਕਈ ਮੇਰੇ ਵਰਗੇ ਅਸੀਂ ਕਰਨੇ ਆ ਨਾ, ਵੀ ਕੋਈ ਮੰਗ ਹੈ, ਕੋਈ ਬੇਨਤੀ ਹੈ, ਤੇ ਅਰਦਾਸ ਕੀਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਹਰ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਤੇ ਮਾਲਕ ਨੇ ਮਿਹਰਾਮਤ ਕਰ ਦਿੱਤੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਗਲੇ ਦਿਨ ਹੀ ਭਲਾ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰਾ। ਇਹ ਤਾਂ ਕਾਮਨਾ ਤਾਂ ਖੜ ਗਿਆ ਨਾ। ਕਾਮਨਾ ਲਈ ਮੰਗ, ਪਰ ਨਾਲ ਬੇਨਤੀ ਕਰੀ ਤੇਰੀ ਕਾਮਨਾ ਤੇਰੀ ਭਾਵਨਾ ਬਣ ਜਾਏ, ਤੂੰ ਐਸਾ ਸਿਮਰੋ ਨਿਤ ਵਾਲਾ ਤੇਰਾ ਮਾਰਗ ਹੋ ਜਾਏ। ਪਰ ਫਿਰ ਵੀ ਕੁਝ ਰੱਬ ਦੇ ਪਿਆਰੇ ਆਵੋ ਦਇਆ ਕਰੇ, ਉਹ ਕਾਮਨਾ ਲਈ ਨਹੀਂ ਮੰਗਦੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਸਮਝਾ ਦਿੱਤਾ ਵੀ ਸਭ ਤੋਂ ਵਧੀਆ ਮੰਗਣਾ ਕੀ ਹੈ ਦੁਨੀਆ 'ਚ। ਆਪਾਂ ਧਨ ਹੀ ਮੰਗਦੇ ਆ ਨਾ, ਚੰਗੇ ਮਹਿਲ ਮਾੜੀਆਂ ਮੰਗਦੇ ਆ ਨਾ, ਧੀਆਂ ਪੁੱਤਰਾਂ ਦੇ ਸੁੱਖ ਹੀ ਮੰਗਦੇ ਆ ਨਾ, ਸਰੀਰ ਦੀ ਤੰਦਰੁਸਤੀ ਮੰਗਦੇ, ਦੋ ਚਾਰ ਮੰਗਾਂ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਤੋਂ ਉੱਚੀ ਬਹੁਤ ਇੱਕ ਮੰਗ ਹੈ, ਵੱਡੀ, ਸਭ ਤੋਂ ਚੰਗੀ ਮੰਗ ਹੈ। ਜੇ ਮੰਗਣਾ ਹੀ ਹੈ ਨਾ, ਮੰਗਣਾ ਮੰਗਣ ਨੀਕਾ ਆਵੋ ਦਇਆ ਕਰੇ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਤੇ ਜਿੱਦੇ ਮੰਗਣ ਲੱਗ ਪਿਆ ਨਾ, ਜਿਹਨੇ ਮੰਗਿਆ ਉਹਨੇ ਫਿਰ ਕਹਿ ਦਿੱਤਾ ਵੀ ਰੱਬ ਜੀ ਮੈਂ ਮੰਗਤਾ ਜ਼ਰੂਰ ਹਾਂ, ਮੰਗ ਮੈਂ ਜ਼ਰੂਰ ਮੰਗਦਾ ਹੈ, ਪਰ ਉਹ ਬਾਣੀ ਪੜ੍ਹ ਕੇ ਕੋਈ ਦੁਨਿਆਵੀ ਮੰਗ ਨਹੀਂ ਮੰਗਦੇ। ਕਿਉਂਕਿ ਉਹਨਾਂ ਨੂੰ ਬਾਬਾ ਕਬੀਰ ਸਾਹਿਬ ਵਰਗਿਆਂ ਦੇ ਰੱਬੀ ਬੋਲਾਂ ਨੇ ਸਮਝਾਤਾ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਵੀ ਜੋ ਕੁਝ ਮੰਗਣਾ ਇਹ ਤਾਂ ਬਿਨਸਨਹਾਰ ਹੈ। ਤੇ ਮੰਗਾਂ ਕੀ? ਉਹ ਮੰਗਦੇ ਨੇ ਉਹਦਾ ਦੀਦਾਰ,
ਉਹਦੇ ਦਰਸ਼ਨਾਂ ਦੀ ਤਾਂਘ ਲਈ ਬੇਨਤੀ ਕਰਦੇ ਨੇ, ਆਵੋ ਦਇਆ ਕਰੇ। ਕਿਹਾ ਨਾ ਰਵਿਦਾਸ ਜੀ ਮਹਾਰਾਜ ਨੇ, ਕਹਿਣ ਲੱਗੇ ਦੁਨੀਆ ਕੋਈ ਕੁਝ ਮੰਗਦੀ ਹੈ, ਕੋਈ ਕੁਝ ਮੰਗਦੀ ਹੈ, ਤੇ ਮੈਂ ਕੀ ਮੰਗਦਾ? ਮੈਂ ਤੇ ਬਸ ਇਹੀ ਮੰਗਦਾ ਕਿ ਇਹ ਪ੍ਰਭੂ ਪਰਮਾਤਮਾ ਜੀ ਬਹੁਤ ਸਮਾਂ ਹੋ ਗਿਆ ਹੁਣ ਵਿਛੜਿਆ ਨੂੰ, ਵੈਸਾਖ ਭਲਾ ਸਾਖਾਂ ਵੇਸ ਕਰੇ। ਪਰ ਅਵਸਥਾ ਕਿੱਥੋਂ ਦੀ ਹੈ? ਪਹਿਲਾਂ ਚੇਤ ਚੋਂ ਲੰਘਣਾ ਪੈਂਦਾ ਹੈ, ਪਹਿਲਾਂ ਚੇਤਾ, ਚੇਤੇ ਵਿੱਚੋਂ ਫਿਰ ਹਰਿਆਵਲ ਉਪਜਦੀ ਹੈ, ਤੇ ਫਿਰ ਜੀਵ ਆਤਮਾ ਨੂੰ ਬੇਨਤੀ ਕਰਨੀ ਆ ਜਾਂਦੀ, ਧਨ ਦੇਖੈ ਹਰਦੁਆਰ ਆਵੋ ਦਇਆ ਕਰੇ। ਇਹ ਰਵਿਦਾਸ ਜੀ ਮਹਾਰਾਜ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆਹ ਜਨਮ, ਮੈਂ ਕਈ ਵਾਰੀ ਬੇਨਤੀ ਕਰਦਾ ਵਿਦਵਾਨਾਂ ਤੋਂ, ਅਕਸਰ ਇਹ ਘਟਨਾਵਾਂ ਆਪ ਜੀ ਸੁਣਦੇ ਹੋ, ਸਮਝਣ ਵਾਸਤੇ ਹੁੰਦੀ ਕਹਾਣੀ ਵੀ ਤਿੰਨ ਬੰਦੇ ਬੰਦਗੀ ਕਰ ਰਹੇ ਵੱਖਰੇ ਵੱਖਰੇ ਥਾਵਾਂ ਤੇ ਬਹਿ ਕੇ, ਤੇ ਇੱਕ ਰੱਬੀ ਦੂਤ ਨੇ, ਇੱਕ ਰੱਬੀ ਆਤਮਾ ਨੇ ਸ਼ਬਦ ਕਹੇ ਉਹਨਾਂ ਨੂੰ। ਤੁਰੇ ਜਾਂਦੇ ਆ ਵੀ ਮੈਂ ਰੱਬ ਕੋਲ ਚੱਲਿਆ, ਕੋਈ ਸੁਨੇਹਾ ਦੇਣਾ। ਤੇ ਪਹਿਲੇ ਨੇ ਕਿਹਾ ਵੀ ਮੈਂ ਰੱਬ ਦਾ ਸਿਮਰਨ ਕਰ ਰਿਹਾ, ਪੁੱਛ ਕੇ ਆਈ ਕਦੋਂ ਮਿਲੇਗਾ। ਦੂਜੇ ਨੇ ਵੀ ਇਹੀ ਕਿਹਾ, ਤੀਜੇ ਨੇ ਵੀ ਇਹੀ ਕਿਹਾ। ਬੰਦੇ ਤਿੰਨ ਨੇ, ਤਿੰਨੇ ਬੰਦਗੀ ਕਰ ਰਹੇ ਹੈ, ਤਿੰਨੇ ਉਹਦਾ ਧਿਆਨ ਧਰ ਰਹੇ ਹੈ, ਤਿੰਨਾਂ ਦੀ ਮੰਗ ਇੱਕ ਹੈ ਵੀ ਕਦੋਂ ਮਿਲੇਗਾ। ਤੇ ਕਹਿੰਦੇ ਉਹਨੇ ਜਾ ਕੇ ਸੁਨੇਹਾ ਦਿੱਤਾ, ਤੇ ਜਦੋਂ ਵਾਪਸ ਮੁੜਿਆ ਨਾ, ਜਿਹੜਾ ਪਹਿਲਾ ਸੀ ਉਹਨੂੰ ਉਹਨੇ ਕਿਹਾ, ਕਹਿੰਦਾ ਵੀ ਰੱਬ ਤੇਰੇ ਤੇ ਬੜਾ ਖੁਸ਼ ਹੈ, ਆਵੋ ਦਇਆ ਕਰੇ, ਧਨ ਦੇਖੈ ਹਰਦੁਆਰ। ਤੇ ਉਹ ਕਹਿੰਦਾ ਖੁਸ਼ ਕਿਵੇਂ ਹੈ? ਕਹਿੰਦੇ ਰੱਬ ਨੇ ਕਿਹਾ ਵੀ ਤੈਨੂੰ ਆਹ ਜਨਮ ਵਿੱਚ ਮਿਲ ਜਾਣਾ ਹੈ, ਤੇ ਮਿਲਣਾ ਬਿਲਕੁਲ ਲਾਸਟ 'ਚ, ਇਸੇ ਜਨਮ 'ਚ ਹੀ ਮਿਲ ਜਾਏਗਾ, ਪਰ ਜੇ ਕੋਈ ਲੱਗੇਗਾ ਟਾਈਮ। ਤੇ ਕਹਿੰਦੇ ਇੱਕਦਮ ਛਾਲ ਮਾਰ ਕੇ ਖੜਾ ਹੋ ਗਿਆ ਵੀ ਇਹ ਜਨਮ 'ਚ ਮਿਲਣਾ, ਤੇ ਅਜੇ ਕਿੰਨਾ ਕੁ ਟਾਈਮ ਲੱਗੇਗਾ ਕੀ ਪਤਾ, ਅਖੀਰ ਤੱਕ ਕਿੰਨਾ ਟਾਈਮ ਲੱਗੇ, 30-40 ਸਾਲ, ਕਿਉਂਕਿ ਗਣ ਘਾਲੇ ਸਭ ਦਿਵਸ ਸਾਸ, ਕਿੰਨਾ ਕੁ ਟਾਈਮ ਲੱਗੇਗਾ। ਛੱਡ ਗਿਆ। ਦੂਜੇ ਨੂੰ ਜਾ ਕੇ ਕਿਹਾ, ਉਹਨੇ ਪੁੱਛਿਆ ਵੀ ਮੈਨੂੰ ਕਿੰਨਾ ਕੁ ਟਾਈਮ ਲੱਗੇਗਾ? ਕਹਿੰਦੇ ਤੇਰੇ ਲਈ ਥੋੜਾ ਜਿਹਾ ਲੰਮਾ ਟਾਈਮ ਹੈ, ਤੈਨੂੰ ਰੱਬ ਨੇ ਕਿਹਾ ਵੀ ਤੈਨੂੰ 10 ਕੁ ਜਨਮ ਲੱਗ ਜਾਣਗੇ। ਕਹਾਣੀਆਂ ਵੀ ਉਹ ਨੇ ਜਿਹੜੀਆਂ ਗੁਰਮਤਿ ਅਨੁਸਾਰੀ ਨੇ ਬੇਨਤੀ ਸੁਣਿਓ, ਕਿਉਂਕਿ ਅਸੀਂ ਕੀ ਕਹਿੰਦੇ ਆ, ਅੱਜ ਮੇਰੇ ਵਰਗੇ ਨੂੰ 2-4 ਸ਼ਬਦ ਅਸੀਂ ਪੜ੍ਹ ਲਏ ਤੇ ਅਸੀਂ ਕਹਿੰਦੇ ਵੇਖੋ ਜੀ ਗੁਰਬਾਣੀ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਬਾ ਕਬੀਰ ਸਾਹਿਬ ਸਪਸ਼ਟ ਮੰਨ ਰਹੇ ਨੇ ਕਿ ਐਸੇ ਘਰ ਹਮ ਬਹੁਤ ਵਸਾਏ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕਿੰਨਿਆਂ ਦੇ ਪੁੱਤਰ ਹੋਇਆ, ਕਿੰਨਿਆਂ ਦਾ ਪਿਤਾ ਬਣਿਆ, ਐਸੇ ਘਰ ਹਮ ਬਹੁਤ ਵਸਾਏ। ਕਿਤੇ ਪੜ੍ਹਦੇ ਹੋ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਵਵਾ ਵਾਰੀ ਆਈਆ ਮੂੜੇ। ਤੇ ਜਦੋਂ ਦੂਜੇ ਨੂੰ ਕਿਹਾ ਵੀ ਤੈਨੂੰ 10 ਜਨਮ ਲੱਗਣਗੇ, ਉਹ ਵੀ ਇੱਕਦਮ ਖੜਾ ਹੋ ਗਿਆ, ਕਹਿੰਦਾ ਜੀ ਹੋਰ 9 ਜਨਮ ਉਡੀਕ ਕਰਨੀ ਪੈਗੀ, ਮੁਸ਼ਕਲ ਹੈ। ਜਿਹੜਾ ਤੀਜਾ ਸੱਚਮੁੱਚ ਇਬਾਦਤ ਕਰ ਰਿਹਾ ਸੀ ਨਾ, ਇੱਕ ਦਰਖਤ ਥੱਲੇ ਬਹਿ ਕੇ, ਉਹਨੇ ਕਿਹਾ ਵੀ ਮੇਰੇ ਲਈ ਕੀ ਹੁਕਮ ਹੈ? ਧਨ ਦੇਖੈ ਹਰਦੁਆਰ ਆਵੋ ਦਇਆ ਕਰੇ। ਤੇ ਕਹਿੰਦੇ ਉਹਨੇ ਕਿਹਾ ਵੀ ਤੇਰੇ ਲਈ ਤੇ ਬਹੁਤ ਲੰਮਾ ਟਾਈਮ ਹੈ। ਕਹਿੰਦਾ ਕਿੰਨਾ ਕੁ? ਕਹਿੰਦੇ ਦਰਖਤ ਵੱਲੀ ਝਾਤੀ ਮਾਰ। ਕਹਿੰਦਾ ਵੇਖ ਲਿਆ। ਕਹਿੰਦਾ ਜਿੰਨੇ ਦਰਖਤ ਦੇ ਪੱਤੇ ਹੈ ਨਾ ਜਿਹੜੇ ਥੱਲੇ ਤੂੰ ਬੈਠਾ ਹੈ, ਤੈਨੂੰ ਇੰਨੇ ਜਨਮ ਲੱਗਣੇ ਹੈ, ਫਿਰ ਕਿਤੇ ਜਾ ਕੇ ਮਿਲਾਪ ਹੋਣਾ। ਕਹਿੰਦੇ ਹੁਣ ਉਹ ਵੀ ਉੱਠਿਆ, ਦੂਜੇ ਨਿਰਾਸ਼ ਹੋ ਕੇ ਉੱਠੇ, ਉਹ ਖੁਸ਼ੀ ਨਾਲ ਝੂਮਦਾ ਉੱਠਿਆ। ਉਹਨੇ ਕਿਹਾ ਫਿਰ ਤੇ ਗੱਲ ਹੀ ਬੜੀ ਸੌਖੀ ਹੈ ਵੀ ਕੋਈ ਲਿਮਟ ਤੇ ਵੱਧ ਗਈ ਨਾ, ਕੋਈ ਗੱਲ ਨਹੀਂ, ਦਰਖਤ ਦੇ ਪੱਤੇ ਵੀ ਗਿਣਤੀ ਵਿੱਚ ਹੈ, ਜੇ ਇਹਨੇ ਪੱਤੇ ਗਿਣ ਕੇ ਇਹਨੇ ਜਨਮ ਲੰਘਾ ਕੇ ਵੀ ਮਿਲ ਜਾਏਗਾ। ਤੇ ਮੈਂ ਆਕਾਸ਼ ਵਿੱਚ ਜਿਉਂ ਰਿਹਾ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਮਿਲੇਗਾ ਤਾਂ ਸਹੀ ਨਾ। ਇਸ ਲਈ ਸੰਗਤ ਜੀ ਜਿਹੜਾ ਮਿਲਾਪ ਹੈ ਨਾ, ਇਹ ਗੱਲ ਚੇਤੇ ਰੱਖਿਓ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਉਹਦੀ ਕਿਰਪਾ ਹੈ। ਤੇ ਜਿਹਨੂੰ ਬੇਨਤੀ ਕਰਨੀ ਆ ਗਈ, ਧਨ ਦੇਖੈ ਹਰਦੁਆਰ ਆਵਹੁ ਦਇਆ ਕਰੇ, हे ਮਾਲਕ ਪ੍ਰਮਾਤਮਾ ਜੀ ਮੇਰੇ ਹਿਰਦੇ ਵਿੱਚ ਆ ਕੇ ਉਹ ਸੇਵਾ ਕਰੋ। ਇੱਕ ਪੁਆਇੰਟ ਹੋਰ ਕਹਦੇ ਆ, ਵੇਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਹਿਨੇ, ਬੜੇ ਧਿਆਨ ਨਾਲ ਬੇਨਤੀ ਸੁਣਿਓ। ਜਦੋਂ ਵਿਆਹ ਹੁੰਦਾ ਹੈ ਨਾ, ਆਨੰਦ ਕਾਰਜ ਹੁੰਦੇ ਨਾ, ਤੇ ਲੜਕਾ ਤੇ ਲੜਕੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਨੇ। ਅੱਜ ਵੇਖੋ ਗੁਰਮਤ ਦੇ ਰਸਤੇ ਨੂੰ, ਗੁਰਮਤ ਦੇ ਪੰਧ ਨੂੰ, ਕੁਝ ਆਪਾਂ ਕਹਿ ਲਈਏ ਜਾਣ ਬੁੱਝ ਕੇ, ਤੇ ਕੁਝ ਅੱਧ ਪੜ੍ਹ, ਆਪਾਂ ਕਹਿ ਲਈਏ ਅੱਧੇ ਪੈੜੇ ਕਹਿ ਲਓ, ਨੀਮ ਨਾਸਤਕ ਕਹਿ ਲਓ, ਨੀਮ ਮੁੱਲਾ ਕਹਿ ਲਓ, ਕੋਈ ਸ਼ਬਦ ਵਰਤ ਲਓ। ਕਿੰਨੇ ਤਰ੍ਹਾਂ ਦੇ ਵਿਵਾਦ ਪੈਦਾ, ਕੁਝ ਵੇਖੇ ਹੋਣੇ ਤੁਸੀਂ ਵੀ। ਵੇਖੋ ਜੀ ਨਹੀਂ ਲੜਕੀ ਅੱਗੇ ਲੱਗਣੀ ਚਾਹੀਦੀ ਹੈ, 2 ਜਿਹੜੀਆਂ ਲਾਵਾਂ ਲੜਕੀ ਅੱਗੇ ਹੋਵੇ, 2 ਲੜਕਾ ਜੀ, ਇਹ ਬਰਾਬਰਤਾ ਹੈ। ਬਰਾਬਰਤਾ ਨਹੀਂ ਹੈ।
ਆਨੰਦ ਕਾਰਜ ਦੇ ਭਾਵ ਸਮਝ ਮਰਜ਼ਾਦਾ ਨੂੰ ਬੇਨਤੀ ਉੱਥੇ ਲਿਆਵਾਂਗਾ। ਧੰਨ ਦੇਖਿਆ ਹਰਦੁਆਰ ਆਵਹੁ ਦਇਆ ਕਰੇ ਦਾ ਮਤਲਬ ਪਤਾ ਕੀ ਹੈ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬਹਿਨੇ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਚਾਰੇ ਲਾਵਾਂ ਦਾ ਪਾਠ ਹੋ ਜਾਂਦਾ ਹੈ ਤੇ ਫਿਰ ਗੁਰੂ ਕੇ ਕੀਰਤਨੀਏ ਸਿੰਘ ਸ਼ਬਦ ਪੜ੍ਹਦੇ ਨੇ ਵੀ ਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਉਹ ਲਾਇਆ ਜੀਵ ਆਤਮਾ ਨੂੰ ਸਮਝਾਇਆ ਜਾ ਰਿਹਾ ਹੈ ਲੜਕੇ ਤੇ ਲੜਕੀ ਦੇ ਪ੍ਰਥਾਏ। ਕਿਉਂ? ਕਿਉਂਕਿ ਗੁਰਮਤ ਦਾ ਰੂਲ ਹੀ ਇਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹਦਾ ਭਾਵ ਅਰਥ ਕੀ ਬਿਲਕੁਲ ਸੰਖੇਪ ਸੁਣਿਓ। ਕਿਉਂਕਿ ਪਰਮਾਤਮਾ ਕੀ ਹੈ? ਪਰਮਾਤਮਾ ਨੂੰ ਗੁਰੂ ਗ੍ਰੰਥ ਸਾਹਿਬ ਨੇ, ਤੇ ਜਦੋਂ ਸਾਰੇ ਧਰਮਾਂ ਦਾ ਅਧਿਐਨ ਕਰੋਗੇ, ਐਨਾਲਿਸਿਸ ਕਰੋਗੇ, ਤੇ ਰੱਬ ਨੂੰ ਪੁਰਖ ਮੰਨਿਆ। ਪੁਰਖ ਗੁਰੂ ਗ੍ਰੰਥ ਸਾਹਿਬ ਦੇ ਬਚਨ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਆਈ, ਜਾਂ ਇਹੋ ਸੱਚ ਸਭਨਾ ਕਾ ਖਸਮ ਹੈ। ਪਰਮਾਤਮਾ ਸਾਡਾ ਜੀਵ ਆਤਮਾਵਾਂ ਦਾ ਖਸਮ ਹੈ। ਜੀਵ ਆਤਮਾ ਉਹਦੀ ਪਤਨੀ ਰੂਪ ਹੈ। ਜਿਵੇਂ ਇੱਥੇ ਕਿਹਾ ਧੰਨ ਦੇਖਿਆ ਹਰਦੁਆਰ, ਕਿ ਧੰਨ ਰੂਪੀ ਜੀਵ ਆਤਮਾ ਰੂਪੀ ਇਸਤਰੀ ਮਾਲਕ ਪਰਮਾਤਮਾ ਦੇ ਦਰ ਵੱਲ ਵੇਖ ਰਹੀ ਹੈ ਕਿ ਆਵੋ ਦਇਆ ਕਰੇ। ਬਿਲਕੁਲ ਜਿਹੜੀ ਉਹ ਲੜਕੀ ਹੈ, ਲੜਕੇ ਦੇ ਪਿੱਛੇ ਚੱਲਣ ਦਾ ਭਾਵ ਹੈ ਵੀ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਰੂਪੀ ਪਤੀ ਦੇ ਪਿੱਛੇ ਚਲਾ। ਤੇ ਹੁਣ ਤੁਸੀਂ ਸਮਝ ਸਕਦੇ ਹੋ ਕਦੇ ਵੀ ਜੀਵ ਆਤਮਾ ਰੱਬ ਦੇ ਅੱਗੇ ਲੱਗੀ ਫਿਰੇ? ਉਹਦੇ ਭਾਵ ਹੀ ਨਾਲ ਸਮਝਾਇਆ ਨਾ। ਉਹ ਕੇਵਲ ਲੜਕੀ ਤੇ ਲੜਕੇ ਦਾ ਵਿਆਹ ਨਹੀਂ ਹੈ ਜੀ, ਉਹ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਵੀ ਹੈ। ਸਮਝਾਇਆ ਤੇ ਇਹੀ ਹੈ ਨਾ ਨਾਲ। ਪ੍ਰਥਾਏ ਕਿਸੇ ਦੇ ਕਿਹਾ, ਸਮਝਾਇਆ ਸਾਰੀ ਸੰਗਤ ਨੂੰ ਹੈ। ਤੇ ਤਾਂ ਹੀ ਤਾਂ ਜਦੋਂ ਸ਼ਬਦ ਪੜ੍ਹਦੇ ਹੋ, ਜਿਹੜੇ ਵਰ ਦੀ ਗੱਲ ਅਸੀਂ ਸਮਝ ਰਹੇ ਹਾਂ ਉਹ ਸਰੀਰ ਤੇ ਇੱਕ ਦਿਨ ਚਲਿਆ ਜਾਣਾ ਨਾ, ਤੇ ਪਰ ਉੱਥੇ ਤਾਂ ਉਹ ਗੱਲ ਕੀਤੀ ਹੈ ਕਿ ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ। ਇੱਥੋਂ ਗੱਲ ਸਮਝੋ ਵੀ ਗੱਲ ਤੇ ਉਹਦੀ ਹੋ ਰਹੀ ਹੈ। ਸਮਝਾਇਆ ਲੜਕੇ ਤੇ ਲੜਕੀ ਦੇ ਪ੍ਰਥਾਏ ਜਾ ਰਹੇ ਆ। ਇਸ ਲਈ ਜੀਵ ਆਤਮਾ ਰੂਪੀ ਇਸਤਰੀ ਧੰਨ ਦੇਖਿਆ ਹਰਦੁਆਰ ਆਵਹੁ ਦਇਆ ਕਰੇ। ਹੇ ਪ੍ਰਭੂ ਪਰਮਾਤਮਾ ਮੇਰੇ ਮਾਲਕ ਜੀ, ਮੇਰੇ ਤੇ ਦਇਆ ਕਰੋ, ਕਿਰਪਾ ਕਰੋ। ਮੇਰੀ ਸੇਜੜੀ ਹੈ ਅਡੰਬਰ ਬਣਿਆ। ਇਹ ਗੱਲ ਫਿਰ ਯਾਦ ਰੱਖਿਓ, ਸੌਖਾ ਕਰਦੇ ਆ। ਇੱਕ ਹੁੰਦਾ ਦਿਲ, ਇੱਕ ਹੈ ਦਿਮਾਗ। ਦਿਮਾਗ ਹੈ ਅਕਲ ਤੇ ਹਿਰਦਾ ਹੈ ਦਿਲ। ਕਹਿ ਲਓ ਦਿਲ ਦੇ ਨਾਲ ਭਾਵ ਹੈ ਹਿਰਦਾ। ਤੇ ਤੁਸੀਂ ਦੋਵੇਂ ਤਰੀਕੇ ਕਦੇ ਵੇਖ ਸਕਦੇ ਹੋ ਦੁਨੀਆ 'ਚ। ਬੰਦਾ ਅੱਜ ਵਿਦਿਆ ਪੜ੍ਹ ਕੇ ਕਹੇਗਾ ਵੀ ਦਿਲ ਥੋੜੀ ਸੋਚਦਾ ਹੈ। ਤੁਸੀਂ ਕੋਈ ਵਸਤੂ ਮੰਗੇ ਤੇ ਦਿਮਾਗ ਤੁਹਾਡਾ ਕਹਿੰਦਾ ਵੀ ਇਹ ਬੰਦੇ ਨੇ ਵਸਤੂ ਵਾਪਸ ਨਹੀਂ ਦੇਣੀ, ਆਵੋ ਦਇਆ ਕਰੇ। ਤੇ ਪਰ ਇੱਥੋਂ ਆਵਾਜ਼ ਆਉਂਦੀ ਹੈ ਵੀ ਚੱਲ ਕੋਈ ਨਹੀਂ, ਲੋੜਵੰਦ ਹੈ, ਗਰੀਬ ਹੈ, ਨਹੀਂ ਦੇਗਾ ਤਾਂ ਕੋਈ ਗੱਲ ਨਹੀਂ, ਦੇ ਦੇ। ਹਿਰਦੇ 'ਚ ਪ੍ਰੇਮ ਹੁੰਦਾ, ਦਿਮਾਗ 'ਚ ਅਕਲ ਸੋਚ ਹੈ। ਤੇ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ, ਅਕਲ ਨਾਲ ਦੁਨਿਆਵੀ ਵਿਦਿਆ ਪੜ੍ਹ ਸਕਦੇ ਹੋ, ਦੁਨਿਆਵੀ ਭਾਸ਼ਾ ਸਿੱਖ ਕੇ ਤੇ ਉਹ ਭਾਸ਼ਾ ਦੇ ਤਹਿਤ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਸਕਦੇ ਹੋ। ਪਰ ਇੱਕ ਗੱਲ ਕੋਰੇ ਕਾਗਜ਼ ਤੇ ਲਿਖ ਲਿਓ ਸੰਗਤ ਜੀ, ਇਹ ਅਕਲ ਦੇ ਨਾਲ ਕਦੇ ਰੱਬ ਦਾ ਮਿਲਾਪ ਨਹੀਂ ਹੈ। ਮਿਲਾਪ ਹਮੇਸ਼ਾ ਹਿਰਦੇ ਦੇ ਪਿਆਰ ਨਾਲ ਹੋਣਾ। ਭਗਤ ਨੇ ਜਿਹੜੇ ਹਿਰਦੇ ਤੋਂ ਜੁੜਦੇ ਆ, ਫਿਲਾਸਫਰਾਂ ਦੀ ਗੱਲ ਅਕਲ ਤੋਂ ਹੁੰਦੀ ਹੈ, ਤੇ ਗੁਰਮਤ ਨੇ ਦੋਵੇਂ ਗੱਲਾਂ ਜਿਹੜੀਆਂ ਆਪਾਂ ਕਹਿ ਦਿਓ ਕੰਬਾਈਨ ਕਰਤੀਆਂ, ਇਕੱਠੀਆਂ ਕਰਤੀਆਂ ਵੀ ਅਕਲ ਵਿਗਿਆਨ ਵਰਤ ਕੇ ਨਾ, ਪਰ ਭਗਤੀ ਤੇ ਪ੍ਰੇਮ ਨਾ ਛੱਡੀ। ਅੱਜ ਅਸੀਂ ਭਗਤੀ ਪ੍ਰੇਮ ਨੂੰ ਕੱਟ ਰਹੇ ਹਾਂ, ਉਧਰ ਥੋਥੇ ਕਰ ਰਹੇ ਹਾਂ ਤੇ ਕੇਵਲ ਅਕਲ ਦੀ ਗੱਲ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਭਲਿਆ, ਉਹ ਮਾਰਗ ਤੇ ਤਾਂ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉੱਥੇ ਤਾਂ ਭੋਲਾ ਭਾਏ ਮਿਲਿਆ ਰਘੁਰਾਇਆ। ਉੱਥੇ ਤਾਂ ਸਾਹਿਬ ਨੇ ਕਿਹਾ ਚੇਤੇ ਰੱਖ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਹਿਰਦਾ ਤਿਨ ਹੀ ਪ੍ਰਭ ਪਾਇਓ। ਧੰਨ ਦੇਖਿਆ ਹਰਦੁਆਰ ਆਵਹੁ ਦਇਆ ਕਰੇ। ਤੇ ਮਾਲਕ ਜੀ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਬੜੇ ਪਿਆਰ ਨਾਲ ਬੇਨਤੀ ਸੁਣਿਓ, ਜਿਹੜੇ ਹਿਰਦੇ ਵਿੱਚੋਂ ਰੱਬ ਨਹੀਂ ਨਾ ਪ੍ਰਗਟ ਹੋਇਆ, ਜਿਹੜੇ ਹਿਰਦੇ ਚੋਂ ਰੱਬ ਦਾ ਵਿਰਾਗ ਨਹੀਂ ਨਾ ਪੈਦਾ ਹੋਇਆ, ਉਹ ਹਿਰਦੇ ਦਾ, ਉਹ ਸਰੀਰ ਦਾ ਅੱਧੀ ਕੌਡੀ ਵੀ ਮੁੱਲ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਤੂੰ ਨਹੀਂ ਨਾ ਮੇਰੇ ਹਿਰਦੇ ਚੋਂ ਪ੍ਰਗਟ ਹੁੰਦਾ ਤੇ ਮੇਰੇ ਸਰੀਰ ਦਾ ਇੱਕ ਕੌਡੀ ਛੱਡ, ਮਾਲਕ ਜੀ ਅੱਧੀ ਕੌਡੀ ਮੁੱਲ ਨਹੀਂ। ਘਰ ਆਓ ਪਿਆਰੇ ਦੁੱਤਰ ਤਾਰੇ, ਇਹਦੇ 90 ਅਰਥ ਕਰਾਂਗੇ। ਪਿਛਲੀ ਅੱਧੀ ਪੰਕਤੀ ਤੇ ਪਹਿਲਾਂ ਤੁਧ ਬਿਨ ਅੱਡ ਨਾ ਮੋਲੋ, ਇੱਥੋਂ ਬਿਨਾ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਇੱਥੇ ਬਸ ਨਹੀਂ। ਧੰਨ ਬਾਬਾ ਫਰੀਦ ਸਾਹਿਬ ਜੀ ਨੇ ਪਤਾ ਕੀ ਕਿਹਾ? ਕਹਿਣ ਲੱਗੇ ਜਿਹੜੇ ਹਿਰਦੇ ਚੋਂ ਰੱਬ ਦਾ ਪਿਆਰ ਨਹੀਂ ਨਾ ਪੈਦਾ ਹੁੰਦਾ, ਕਹਿੰਦੇ ਉਹ ਹਿਰਦਾ ਨਹੀਂ ਹੈ, ਉਹ ਸਰੀਰ ਨਹੀਂ ਹੈ। ਉਹ ਹਿਰਦਾ ਤਾਂ ਆਏ ਹੈ ਜਿਵੇਂ ਮੱਚੀ ਹੋਈ ਮਿੱਟੀ ਹੋਵੇ।
इस गल नूं तुसीं कदे निरखिया होना कि जिथे मुरदे जलाए जान, चलो हुण ते पक्के थां लोग बनाउण लग गए, भट्ठियां आ गईयां, साधन बदल गए, कच्चे थां ते जिथे संस्कार कीते जान, जिथे मुरदे जलाए जान लगातार, वो थां हरा होना, हरा होण तो हट जाता है। उत्थे कदे एक घाह की तिड़ हरी नहीं हुंदी। क्यों भला? क्योंकि वो थां मच मच के मिट्टी की एनर्जी, मिट्टी की ताकत खत्म हो जाती है। याद रखियो, वो मचे हुए थां की मिट्टी नूं लोग कहते हैं मसाणा की मिट्टी, मची हुई मिट्टी। ते बाबा फरीद साहब की कहते, उन्हां दे अमृत बचन है, कहन लगे जिहड़ी जीव आत्मा ते जिहड़े मनुखी हिरदे चों रब दा विराग नहीं ना पैदा होया, वो हिरदा जिहड़ा वो मसाणा की मिट्टी वर्गा हो जाता है। बिरहा बिरहा आखीए, बिरहा तू सुल्तान, तू बहुत वड्डा है। याद रखियो, बिरहा तो बिना कदे रब दा मिलाप नहीं। जिन्ना चिर तुहानूं ये अनुभव ही नहीं हुंदा भी असीं रब तो विछड़े हाँ, ते मिलाप की तड़फ किवें पैदा होए? मिलाप की तड़फ उदे पैदा होनी है जिदे विछोड़े का एहसास होया। किरत कर्म के विछोड़े की गल है ना। इसलिए कहन लगे बिरहा तू सुल्तान, फरीदा जित तन बिरहो ना उपजै। जेड़े शरीर चो रब का बिरहा नहीं ना पैदा होया, सो तन जान मसान। वो शरीर ना समझो, वो हिरदा ना समझो, वो मची हुई मिट्टी वर्गा है। जिवें मची हुई मिट्टी च कदे घाह की तिड़ नहीं हरी हो सकती, कोई बनस्पति कोई फसल पौधे की गल छड्डो, उवें जेड़े हिरदे चो रब के मिलाप का कदे एहसास, विछोड़े का कदे एहसास पैदा नहीं होया। बाबा फरीद साहब कहते मसाणा की मिट्टी वर्गा। ते सहब बख्शिश करते ने, तुद बिन अड ना मोलो, रब तो बिना एक कौडी भी कीमत नहीं सौखा करते हैं। जिन्ना मर्जी कोई धनवान होवे, जिन्ना मर्जी कोई बलवान होवे, ते जिन्ना मर्जी कोई विद्वान होवे, ये तीन ही गल्लां हुंदियां दुनिया। किसी नूं आपां कहने बड़ा विद्वान है, किसी नूं कहने बड़ा धनवान है, किसी नूं कहने बड़ा बलवान है। ते पर गुरु ग्रंथ साहिब कहते एक गल चेते रखी, बलवान भी आके चले गए, धनवान भी आके चले गए, ते विद्वान भी आके चले गए। कोई नहीं जानता, दूजी तीजी पीढ़ी बाद लोग भुल जाते हैं। पर जिन्हां ने उहदी बंदगी की, जिन्हां ने बेनती की मेरे हिरदे चों प्रगट होवो, ते जिन्हां दे अंदर वो प्रगट हो गया ना, चाहे वो मुल्तान की धरती ते पैदा होए, चाहे इसे धरती ते आके उन्हां बख्तियार काकी नूं अपना मुरशद धारण करके उन्हां दे मुरीद बने। मेरा भाव है बाबा फरीद साहब तो। पर याद रखियो, 850 के करीब साल होने वाला है, ते अज भी लोग झुक झुक के नमस्कारां करते हैं, ते शब्द कहते धन धन बाबा फरीद साहब। कारण की है? कारण इको ही है, इस युग में शोभा नाम की, बिन नावै शोभ ना होए। यह माया की शोभा चार दिहाड़ा है, जांदी बिलम ना होए। तुद बिन अड ना मोलो, जे तां रब दा नाम पल्ले है तां साहब कहते सब कुछ पल्ले है। जे रब दा नाम पल्ले नहीं, हे मालक परमात्मा जी, इसलिए तेरे बिना मेरी एक कौडी छड्ड, अद्धी कौडी भी कीमत नहीं है। इसलिए मेरे ते कृपा करो, घर आओ प्यारे दुत्तर तारे, मेरे हिरदे रूपी घर विच प्रगट होवो। जिस दिन मालक हिरदे रूपी घट च प्रगट हो जाता ना जी, तो फिर बख्शिश पता की हुंदी है, फिर वो दुत्तर तर जाता है। दुत्तर तरना की है? कदे सिद्ध गोष्ठ बाणी पढ़ियो, धन गुरु नानक साहब जी का जो सिद्धा ना मिलाप होया, दुत्तर की हुंदा है? दुत्तर का अर्थ है दोवां पासियां वाला संसार। भाव बंदे की डबलमेंटेड कह लो, अज की भाषा दोहरी बिरती कह लो, कदे इधर कदे इधर। जिहदा गुरु ग्रंथ साहिब ने विश्लेषण किया है कह के कि कबहू जियाड़ा ऊब चढ़त है, कबहू जाए प्याले लोभी जियारा, थिर ना रहत है चारे कुंडा भाले। इनू कहते दुत्तर, ना तरिया जान वाला सागर। ते सिद्धा ने भी यही गल पूछी ना, दुनिया दुत्तर सागर कही है, दुत्तर तारे दुनिया दुत्तर सागर कही है। किव कर पाईए पारो, चरपट बोलै औदू नानक, देहो सच्चा विचारो। ते गुरु नानक साहब जी ने कहा सी, भलिया याद रख, जैसे जल मह कमल निरालम, मुर गाई नैसाने, शब्द सुरत भव सागर तरीए, नानक नाम बखाने। आ बेनती वार वार चेते रखियो, नाम बाणी का अभ्यास ही सुरत नूं घड़दा शब्द द्वारा। जिदे अभ्यास छड़ दिता, अज असीं की कहने हैं
ਬੰਦੇ ਨੂੰ ਗਿਆਨ ਹੋਣਾ ਚਾਹੀਦਾ ਜੀ। ਵਾਰ-ਵਾਰ ਪੜ੍ਹਨਾ ਕੀ ਹੁੰਦਾ, ਤੇ ਬੰਦੇ ਨੂੰ ਤਾਂ ਗਿਆਨ ਵੀ ਹੈ ਹੀ ਹੈ ਵੀ ਰੋਟੀ ਨਾਲ ਬੰਦੇ ਨੂੰ ਤਾਕਤ ਮਿਲਦੀ, ਫਿਰ ਖਾਣ ਦਾ ਕੀ ਫਾਇਦਾ। ਗਿਆਨ ਤੇ ਹੈਗਾ ਹੀ ਹੈ ਨਾ ਵੀ ਅਨਾਜ ਵਿੱਚੋਂ ਬੰਦੇ ਦਾ ਖੂਨ ਬਣਦਾ ਹੈ, ਬਸ ਗਿਆਨ ਬਹੁਤ ਹੈ, ਖਾਣ ਦਾ ਕੀ ਫਾਇਦਾ। ਗਿਆਨ ਹੋ ਜਾਣਾ ਹੋਰ ਗੱਲ ਹੈ, ਖਾ ਲੈਣਾ ਹੋਰ ਗੱਲ ਹੈ। ਗਿਆਨ ਇਸ ਗੱਲ ਦਾ ਸਾਨੂੰ ਵੀ ਇਹ ਅਨਾਜ ਸਾਡੇ ਸਰੀਰ ਲਈ ਚੰਗਾ, ਇਹ ਮਾੜਾ ਹੈ। ਜੋ ਚੰਗਾ ਉਹਨੂੰ ਖਾ ਲਈਏ, ਜੋ ਮਾੜਾ ਉਹਨੂੰ ਛੱਡ ਦਈਏ, ਸਰੀਰ ਠੀਕ ਰਹੇਗਾ। ਬਿਲਕੁਲ ਸਾਨੂੰ ਗਿਆਨ ਆ ਗਿਆ। ਸਾਹਿਬ ਦੇ ਅੰਮ੍ਰਿਤ ਬਚਨਾਂ ਤੋਂ ਸਮਝ ਪੈ ਗਈ ਕਿ ਗੁਰੂ ਕੀ ਬਾਣੀ ਪੜ੍ਹ, ਸਿਮਰਨ ਕਰ, ਸੇਵਾ ਸਿਮਰਨ ਵਾਲਾ ਜੀਵਨ ਬਣਾ। ਇਹਨੂੰ ਕਰਨ ਲੱਗ, ਇਹਨੂੰ ਕਰਨਾ ਕੀ, ਇਹਨੂੰ ਭੁੰਚਣਾ। ਤੇ ਇਹਦੇ ਨਾਲ ਕੀ ਹੁੰਦਾ ਜੀ, ਘਰ ਆਓ ਪਿਆਰੇ, ਉਹ ਪ੍ਰਮਾਤਮਾ ਸ਼ਬਦ ਦੁਆਰਾ ਹਿਰਦੇ ਚੋਂ ਪ੍ਰਗਟ ਹੁੰਦਾ। ਦੁੱਤਰ ਤਾਰੇ, ਨਾ ਤਰਿਆ ਜਾਣ ਵਾਲਾ ਸਾਗਰ ਤਰ ਜਾਂਦਾ ਜੀਵ, ਨਹੀਂ ਤਾਂ ਤੁਧ ਬਿਨ ਅੱਡ ਨਾ ਮੋਲੋ। हे ਪ੍ਰਮਾਤਮਾ ਜੀ ਨੇ ਤੈਥੋਂ ਬਿਨਾ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਅਗਲੀ ਪੰਕਤੀ ਨੂੰ ਧਿਆਨ ਨਾਲ ਸਮਝਿਓ। ਹੁਣ ਜਿਨ੍ਹਾਂ ਦੇ ਹਿਰਦੇ ਚੋਂ ਪ੍ਰਗਟ ਹੋ ਗਿਆ ਉਹਨਾਂ ਦੀ ਕੀਮਤ ਕਿੰਨੀ ਹੋ ਗਈ। ਦੋਵੇਂ ਪਾਸੇ ਰੱਖਤੇ ਵੇਖੋ ਕਮਾਲ ਦੇ ਬਚਨ, ਕਿੰਨੀ ਵਿਸਮਾਦਮਈ ਬਾਣੀ ਹੈ ਅੰਮ੍ਰਿਤ ਬਚਨ ਨੇ। ਜੇ ਤਾਂ ਤੂੰ ਮੇਰੇ ਨਾਲ ਨਹੀਂ, ਫਿਰ ਤੁਧ ਬਿਨ ਅੱਡ ਨਾ ਮੋਲੋ, ਤੈਥੋਂ ਬਿਨਾ ਅੱਧੀ ਕੌਡੀ ਵੀ ਕੀਮਤ ਨਹੀਂ। ਤੇ ਸੰਗਤ ਜੀ ਜਿਹਦੇ ਹਿਰਦੇ 'ਚ ਪ੍ਰਗਟ ਹੋ ਜਾਏ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। हे ਮਾਲਕ ਪ੍ਰਮਾਤਮਾ ਜੀ, ਜਿਹਨੇ ਆਪ ਦੇਖਿਆ ਉਹ ਦਿਖਾਉਣ ਦਾ ਅਧਿਕਾਰੀ ਹੋ ਜਾਂਦਾ ਹੈ। ਆਪ ਜਪਹਿ ਅਵਰਹਿ ਨਾਮ ਜਪਾਵੇ ਦਾ ਰਾਹ ਨਾ। ਜਿਹਨੇ ਆਪ ਦਰਸ਼ਨ ਦੀਦਾਰੇ ਕਰ ਲੈ, ਉਹਨਾਂ ਨੇ ਫਿਰ ਉਪਦੇਸ਼ ਦਿੱਤਾ ਨਾ। ਰੱਬ ਦੇ ਪਿਆਰਿਆਂ 'ਚ, ਤੇ ਬੇਨਤੀ ਪਿਆਰ ਨਾਲ ਸਮਝ ਲਿਓ, ਦਾਰਸ਼ਨਕ ਤੇ ਫਿਲਾਸਫਰ ਤੇ ਵਿਦਵਾਨਾਂ 'ਚ ਇਹ ਫਰਕ ਹੁੰਦਾ ਹੈ। ਸੰਤ ਵਿੱਚ ਤੇ ਵਿਦਵਾਨ ਵਿੱਚ, ਭਗਤ ਵਿੱਚ ਤੇ ਫਿਲਾਸਫਰ ਵਿੱਚ ਇੱਕ ਬਹੁਤ ਵੱਡਾ ਡਿਫਰੈਂਟ, ਇੱਕ ਬਹੁਤ ਵੱਡਾ ਫਰਕ ਹੁੰਦਾ ਹੈ। ਵਿਦਵਾਨ ਕਹਿੰਦਾ ਤੇ ਰੱਬ ਦਾ ਪਿਆਰਾ ਕਰਕੇ ਕਹਿੰਦਾ। ਹੁਣ ਤੁਸੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਪਹਿਲਾਂ 7 ਸਾਲ 6 ਮਹੀਨੇ 10 ਸਾਲ ਸੇਵਾ ਕਮਾਈ, ਸੇਵਾ, ਤੇ ਜਿਹਦੇ ਸੇਵਾ ਕਮਾ ਲਈ, ਜਿਹਦੇ ਗੁਰੂ ਅੰਗਦ ਦੇਵ ਸਾਹਿਬ ਬਣ ਗਏ, ਉਪਦੇਸ਼ ਉਹਦੇ ਦਿੱਤਾ ਹੈ। 12 ਸਾਲ ਸੇਵਾ ਕਰਕੇ, ਗਾਗਰ ਢੋ ਕੇ, ਦੁਨੀਆ ਦੇ ਤਾਨੇ ਮਿਹਣੇ ਝੱਲ ਕੇ, ਸ਼ਬਦ ਦੀ ਕਮਾਈ ਕਰਕੇ, ਸੇਵਾ ਕਰਕੇ, ਜਿਹਦੇ ਗੁਰਤਾ ਗੱਦੀ ਤੇ ਬਹਿ ਗਏ, ਧੰਨ ਗੁਰੂ ਅਮਰਦਾਸ ਸਾਹਿਬ ਨੇ ਉਪਦੇਸ਼ ਉਹਦੇ ਦਿੱਤਾ। ਲੰਮਾ ਟਾਈਮ, ਲਗਭਗ ਪੌਣੇ 3 ਦਹਾਕੇ ਸੇਵਾ ਕਮਾ ਕੇ ਭਾਈ ਜੇਠੇ ਤੋਂ ਜਿਹਦੇ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਹੋ ਗਏ, ਉਪਦੇਸ਼ ਉਹਦੇ ਦਿੱਤਾ, ਕਮਾ ਕੇ ਉਪਦੇਸ਼ ਦਿੱਤਾ ਹੈ। ਇਹਨੂੰ ਕਿਹਾ ਜਾਂਦਾ ਦੇਖ ਦਿਖਾਵੇ ਢੋਲੋ। ਜਿਹਨੇ ਆਪ ਦੀਦਾਰੇ ਕਰ ਲੈ ਦੇਖ, ਫਿਰ ਉਹ ਦਿਖਾਉਣ ਦਾ ਅਧਿਕਾਰੀ ਹੋ ਜਾਂਦਾ ਹੈ। ਤੇ ਜਿਹੜਾ ਦਿਖਾਉਣ ਦਾ ਅਧਿਕਾਰੀ ਹੋ ਗਿਆ, ਜੁੜ ਗਿਆ ਨਾ, ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਇੱਥੇ ਥੋੜਾ ਜਿਹਾ ਰੁਕਣਾ, ਬੜਾ ਹੀ ਧਿਆਨ ਦਿਆ ਜੇ, ਪਿਆਰ ਨਾਲ ਬੇਨਤੀ ਹੈ। ਪਹਿਲੀ ਗੱਲ ਤਾਂ ਰੱਬ ਦੀ ਕੋਈ ਕੀਮਤ ਨਹੀਂ, ਇਹ ਕਿਸੇ ਬੰਦੇ ਦੇ ਬੋਲ ਨਹੀਂ। ਜਦੋਂ ਸੋਹਿਲਾ ਸਾਹਿਬ ਪੜ੍ਹਦੇ ਹੋ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ, ਮਾਲਕ ਜੀ ਮੈਂ ਤੇਰੀ ਕੀਮਤ ਕਿੱਥੋਂ ਪਾ ਸਕਦਾ। ਤੇ ਕਦੇ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਕਿ ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਮਾਲਕ ਦੀ ਕੀਮਤ ਕਿੱਥੇ ਪਾਈ ਜਾਏਗੀ, ਉਹਦੀ ਜਿਹੜੀ ਉਹਦਾ ਅੰਤ ਕਿੱਥੋਂ ਪਾਇਆ ਜਾਏਗਾ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ, ਕੈਸੇ ਅੰਤ ਲਾ, ਨਹੀਂ ਪਾਈ ਜਾਂਦੀ ਨਾ ਕੀਮਤ। ਕੱਲੀ ਰੱਬ ਦੀ ਨਹੀਂ, ਗੁਰੂ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਕਿਉਂ? ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ, ਭੇਦ ਨਾ ਭਾਈ। ਬਿਲਕੁਲ ਸੰਖੇਪ, ਨਾ ਰੱਬ ਦੀ ਕੀਮਤ ਪਾਈ ਜਾਏ ਤੇ ਨਾ ਅੰਤ ਪਾਇਆ ਜਾਏ, ਨਾ ਗੁਰੂ ਦੀ ਕੀਮਤ ਪਾਈ ਜਾਏ ਤੇ ਨਾ ਗੁਰੂ ਦਾ ਅੰਤ ਪਾਇਆ ਜਾਏ। 123 ਸਵਈਏ ਨੇ ਭੱਟਾਂ ਦੇ, ਧਿਆਨ ਨਾਲ ਪੜ੍ਹ ਲਿਓ। ਉਹਨਾਂ ਨੇ ਵੀ ਇਹੀ ਗੱਲ ਹੱਥ ਜੋੜ ਕੇ ਕਹਿਤੀ ਵੀ ਸੱਚੇ ਪਾਤਸ਼ਾਹ ਤੇਰੀ ਉਪਮਾ ਕੌਣ ਜਾਣਦਾ, ਤੂੰ ਹੀ ਜਾਣ ਸਕਦਾ ਹੈ। ਪਾਵਨ ਸ਼ਬਦ ਨੂੰ ਆਪ ਜੀ ਨੇ ਸੁਣਿਆ। ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ, ਹੁਣ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪਨਾ ਛੱਡੋ ਇਹ ਘਰੀ। ਗੁਰੂ ਅਰਜਨ ਦੇਵ ਸਾਹਿਬ ਲਈ ਤੇ ਕਿਤੇ ਕਿਆ ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਰਣ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਗੁਰ ਕੈ ਕਬ ਜਨ ਭਲ, ਉਨਹਿ ਜੋ ਗਾਵੈ ਤੇਰੀ ਉਪਮਾ ਤੇਰੀ ਵਡਿਆਈ ਤੇਰੀਆਂ ਬਖਸ਼ਿਸ਼ਾਂ ਨੂੰ। ਤੁਸੀਂ ਜਾਣਦੇ ਹੋ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਹੁਣ ਸਾਹਿਬ ਦੀ ਬਾਣੀ ਚੋਂ ਪ੍ਰਮਾਣਿਤ ਹੋ ਗਈ ਗੱਲ।
भी ना रब का अंत ते कीमत ना गुरु का अंत ते कीमत। अज अज बंदा अकल नाल गल करदे आ गल कहंदा है भी बस इन्ना ही फर्क है जी, साडे च 2-4 गुण घट है ते गुरु च 4 गुण वध है ते गुरु ते असीं बराबर हो गए। जेड़े गुरु दे बराबर बैठे ने ना भट्ट साहिबान, वो कहंदे भी तेरी कीमत नहीं पाई जानी, वो कहंदे तेरे गुणां दा अंत नहीं आउंदा। ते अपने कोल टाइम नहीं गिण के वेखियो, भट्टा ने 6 चीज़ां गिणियां, ना मींह दीयां कणियां गिणियां जाण, ना बनस्पति दे तीले गिने जाण, ना फुल्लां दी सुगंधी मिनी जाए, ना सूरज ते चंद्रमा दीयां किरणां दी रोशनी मिनी जाए, ना सागर दा पेट उधर वेखिया जाए, ना सागर दीयां लहरां गिणियां जाण। ये 6 चीज़ां अज तक गिणियां मिणियां नहीं गईयां। पर भट्टा ने अगली गल कीती, कहंदे हो सकदा किसी दिन गिणियां मिणियां जाण 6 चीज़ां, ये तां किसी दिन गिणियां ते मिणियां जा सकदियां, पर जिन्नी देर धरती सूरज चंद्रमा आकाश है सतगुरु तेरियां बख्शिशां नहीं गिणियां जाणियां। हुण भट्ट ते गल मन गए ना, ਜਿਹੜੇ गुरु के कोल बराबर बैठे, गुरु अर्जन देव साहब ने बराबर बिठाए है। तो अज 4 किताबां पढ़ के असीं कहने बस इन्ना ही फर्क है जी, उहदे च 4 गुण वध है तो साडे च घट है। नहीं, गुरु भी साडे वर्गा ही है। किन्ने क असीं भ्रष्टे गए प्यारिओ। प्यार नाल बेनती है, कोई क्रिटिसाइड नहीं है। असीं वकारां दे पूतले दे बराबर निरे रब्बी नूर नूं गुरु नूं अपने बराबर करन दा यतन करदे ने। ठीक है, शब्दां नाल होएगा नहीं, इसलिए ना गुरु दा कीमत ते अंत। ते हुण गुरु नानक साहिब दे बचन ने अर्थ पढ़ लिओ सारियां दे, ते प्रोफैसर साहिब सिंह ने भी यही अर्थ कीते ने। मालक जी, जे मैं तैनूं भा जावां कीमत कौन करे तुद भावां। ਜਿਹੜੇ ਤੈਨੂੰ ਭਾ ਜਾਂਦੇ ਆ ਉਹਦੀ ਵੀ ਕੀਮਤ ਨਹੀਂ ਕਹੀ ਜਾ ਸਕਦੀ। ਜਨ ਨਾਨਕ ਸਤਿਗੁਰ ਪੂਜਿਆ ਤੈਨ ਹਰ ਪੂਜ ਕਰਾਵਾ। ਕਦੇ ਪ੍ਰਭਾਤੀ ਬੇਭਾਸ ਮਹੱਲਾ 5ਵਾਂ ਦਾ ਪਾਠ ਪੜ੍ਹ ਲਿਓ, ਉਹਦੇ ਵਿੱਚ ਵੀ 1137 ਅੰਗ ਤੇ ਪੰਕਤੀ ਦਰਜ ਹੈ ਕਿ ਤਾ ਕੋ ਕਰੋ ਸਗਲ ਨਮਸਕਾਰ ਜਾ ਕੇ ਮਨ ਪੂਰਨ ਨਿਰੰਕਾਰ। ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ। ਗੁਰੂ ਅਰਜਨ ਦੇਵ ਸਾਹਿਬ ਪ੍ਰਭਾਤੀ ਵਿਭਾਸ ਅੰਦਰ ਬਚਨ ਕਹਿੰਦੇ ਆ, ਉਹਨੂੰ ਨਮਸਕਾਰ ਕਰਿਆ ਕਰ, ਉਹਨੂੰ ਝੁਕਿਆ ਕਰ, ਉਹ ਤੋਂ ਰਾਹ ਪੁੱਛਿਆ ਕਰ ਵੀ ਕਿੱਦਾਂ ਮਿਲਾਪ ਕੀਤਾ ਹੈ। ਮੈਂ ਬਿਲਕੁਲ ਅੱਜ ਦੀ ਪੁਆਇੰਟ ਤੇ ਬੇਨਤੀ ਕਰਨੀ, ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵਾ ਢੋਲੋ। 23 ਮਾਰਚ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਸ਼ਹੀਦੀ ਦਾ ਸ਼ਹਾਦਤ ਦਾ ਦਿਹਾੜਾ ਹੈ। ਗੱਲ ਗੁਰਮਤਿ ਦੇ ਨਜ਼ਰੀਏ ਚੋਂ ਕਰਨੀ ਹੈ। ਕੀਮਤ ਕੌਣ ਕਰੇ ਤੁਧ ਭਾਵਾਂ। ਅਸੀਂ ਗੱਲਾਂ ਕਰਨੇ ਆ ਮਹਾਪੁਰਸ਼ਾਂ ਤੇ ਜਿਨ੍ਹਾਂ ਨੇ ਜਪਿਆ ਉਹਨਾਂ ਤੇ ਕਿੰਤੂ ਕਰਨੇ ਆ। ਮੈਂ ਕਹਿੰਦਾ 20 ਜਾਂ 20,000 ਵੀ ਵਿਦਵਾਨ ਲੱਗ ਜਾਣ, ਇੱਕ ਵੀ ਨਾਸਤਕ ਨੂੰ ਨਹੀਂ ਬਦਲ ਸਕਦੇ। ਤੇ ਬਿਲਕੁਲ ਹਵਾਲੇ ਦੀ ਬੇਨਤੀ ਕਰਾਂਗਾ, ਜੇਲ੍ਹ ਚਿੱਠੀਆਂ ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ਪੜ੍ਹਿਓ ਤੇ ਸੰਗਤ ਜੀ ਜਦੋਂ ਤੇ ਪੜ੍ਹੋਗੇ ਨਾ ਆਪ ਜੀ 447 ਜਿਹੜਾ ਉਹਦਾ ਅੰਗ ਉੱਥੋਂ ਗੱਲ ਆਰੰਭ ਹੁੰਦੀ ਭਗਤ ਸਿੰਘ ਨਾਲ ਮੁਲਾਕਾਤ। ਤੇ ਉਹਨਾਂ ਨੇ ਗੱਲ ਕੀਤੀ ਹੈ ਆਪਣੀ ਰਿਹਾਈ ਦੇ ਟਾਈਮ ਦੇ ਪਹਿਲਾਂ ਵੀ ਯਤਨ ਕੀਤਾ ਸੀ ਭਗਤ ਸਿੰਘ ਨੇ ਮੈਂ ਮੁਲਾਕਾਤ ਕਰ ਸਕਾਂ, ਪਰ ਇੱਕ ਸਾਡੀ ਕਮਜ਼ੋਰੀ ਹੋ ਗਈ। ਮੈਂ ਨਾਸਤਕ ਕਿਉਂ ਆ, ਉਹਨਾਂ ਨੇ ਤੇ ਗੱਲ ਬਹੁਤ ਫੈਲਾ ਦਿੱਤੀ। ਅਸੀਂ ਕਦੇ ਉਹ ਕਿਤਾਬ ਦੇ 4 ਸ਼ਬਦ ਸਾਂਭ ਲੈਂਦੇ, ਛੁਪਾ ਕੇ ਵੰਡੇ ਹੁੰਦੇ, ਸਮਝ ਆ ਜਾਂਦੇ। ਤੇ 3 ਪ੍ਰਮਾਣ ਨੇ, ਹਵਾਲੇ ਨੇ, ਬੜੇ ਪਿਆਰ ਨਾਲ ਸੁਣਿਓ। ਹੁਣ ਭਾਈ ਰਣਧੀਰ ਸਿੰਘ ਉਹ ਹਸਤੀ ਨੇ ਜਿਨ੍ਹਾਂ ਨੇ ਇਬਾਦਤ ਕਰਦਿਆਂ ਸਿਮਰਨ ਕਰਦਿਆਂ ਦੇਖ ਦਿਖਾਵੇ ਢੋਲੋ ਵਾਲੀ ਜਿਨ੍ਹਾਂ ਕੋਲ ਅਵਸਥਾ ਹੈ, ਉਹਨਾਂ ਦੇ ਬਚਨ ਅਮੋਘ ਹੁੰਦੇ ਹੈ। ਇੱਕ ਬੰਦੂਕ ਦੀ ਗੋਲੀ ਹੋਵੇ ਸੌਖਾ ਕਰ ਲਓ, ਜਾਂ ਤੀਰ ਹੋਵੇ ਕਮਾਨ ਤੋਂ ਬਿਨਾਂ, ਬੰਦੂਕ ਦੀ ਗੋਲੀ ਨੂੰ ਹੱਥ ਨਾਲ ਕੰਧ ਤੇ ਮਾਰਿਓ, ਉਹਦਾ ਕੋਈ ਅਸਰ ਨਹੀਂ ਹੁੰਦਾ। ਉਸੇ ਗੋਲੀ ਨੂੰ ਬੈਰਲ ਵਿੱਚ ਪਾ ਕੇ ਆਪਾਂ ਛੱਡਦੇ ਆ ਤੇ ਉਸੇ ਕੰਧਾਂ ਦੇ ਵਿੱਚ ਦੀ ਨਿਕਲ ਜਾਂਦੀ। ਫਰਕ ਕੀ ਹੋਇਆ? ਗੋਲੀ ਤੇ ਉਹੀ ਹੈ ਨਾ। ਇੱਕ ਹੱਥ ਨਾਲ ਮਾਰਦਾ, ਇੱਕ ਬੰਦੂਕ ਦੀ ਬੈਰਲ ਦੇ ਵਿੱਚ ਪਾ ਕੇ ਮਾਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਵਿਦਵਾਨ ਉਹ ਸੁਣਾਉਂਦੇ ਹੈ ਜਿਨ੍ਹਾਂ ਦੇ ਅੰਦਰ ਕਈ ਵਾਰੀ ਰੱਬ ਦਾ ਪਿਆਰ ਨਹੀਂ, ਗੁਸਤਾਖੀ ਮਾਫ, ਤੇ ਕਈ ਵਾਰੀ ਰੱਬ ਦੇ ਪਿਆਰੇ ਵੀ ਉਹ ਸ਼ਬਦ ਸੁਣਾਉਂਦੇ ਹੈ। ਤੇ ਜਦੋਂ ਭਗਤ ਸਿੰਘ ਨੇ ਕੀਤੀ ਨਾ ਮੁਲਾਕਾਤ, ਪੜ੍ਹ ਲਿਓ ਸ਼ਬਦ, ਉਹਨੇ ਭਾਈ ਰਣਧੀਰ ਸਿੰਘ ਨੂੰ ਕਿਹਾ, ਭਾਈ ਸਾਹਿਬ ਜੀ ਤੁਹਾਡੇ ਅਮੋਘ ਬਚਨਾਂ ਨੇ ਮੇਰੇ ਅੰਦਰ ਨੂੰ ਇੰਨਾ ਵਿੰਨ ਦਿੱਤਾ ਹੈ, ਅੱਜ ਤੋਂ ਬਾਅਦ ਮੇਰੀ ਸੋਚ ਹੋਰ ਸੀ, ਬਹੁਤਾ ਵਿਸਤਾਰ ਨਹੀਂ ਕਰਨਾ, ਤੁਸੀਂ ਆਪ ਪੜ੍ਹਨ ਦਾ ਯਤਨ ਕਰਿਓ। ਪਰ ਕਹਿਣ ਲੱਗੇ ਹੁਣ ਮੇਰਾ ਮਰਨਾ ਬੜੇ ਸਕੂਨ ਨਾਲ ਹੋਏਗਾ, ਹੁਣ ਮੈਂ ਸੱਚਮੁੱਚ ਹਾਸਾ ਸਪਾਂਸੀ ਤੇ ਚੜ੍ਹ ਜਾਵਾਂਗਾ। ਦੇਖੋ ਮੈਂ ਜਿਹੜੀ ਅਗਲੀ ਬੇਨਤੀ ਕਰਨ ਲੱਗਾ, ਰਾਜਗੁਰੂ ਸੁਖਦੇਵ ਵੀ ਸ਼ਹੀਦ ਨੇ, ਉਹ ਆਪਣੇ ਲਿਬਾਸ ਜਾਂ ਜਿੱਦਾਂ ਮਰਜ਼ੀ ਨੇ, ਸਾਨੂੰ ਇਤਰਾਜ਼ ਨਹੀਂ, ਸ਼ਹੀਦ ਸ਼ਹੀਦ ਹੈ। ਪਰ ਸੰਗਤ ਜੀ ਜਿਸ ਦਿਨ ਫਿਰ ਭਗਤ ਸਿੰਘ ਦੀ ਸ਼ਹੀਦੀ ਹੁੰਦੀ ਹੈ 23 ਮਾਰਚ ਨੂੰ, ਤੇ ਯਾਦ ਰੱਖਿਓ ਕਸੂਰ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਸੀ, ਉਹਦਾ ਨਾਮ ਸੀ ਨੱਥਾ ਸਿੰਘ। ਉਹਦਾ ਬਿਆਨ ਅਖਬਾਰ ਛਪਿਆ
ਉਹਨੇ ਕਿਹਾ ਜਦੋਂ ਜਿਸ ਦਿਨ ਉਹਨਾਂ ਨੇ ਸ਼ਹੀਦ ਹੋਏ ਤੇ ਉਹਨਾਂ ਦਾ ਜਿਹੜਾ ਸੰਸਕਾਰ ਸੀ ਸਿੱਖੀ ਮਰਜ਼ਾਦਾ ਮੁਤਾਬਕ ਕੀਤਾ ਗਿਆ। ਇਹ ਬਿਆਨ ਅਖਬਾਰ ਨੇ ਛਾਪਿਆ ਸੀ ਸਰਕਾਰ ਵੱਲੋਂ। ਸਰਕਾਰ ਨੇ ਕਿਹਾ ਸੀ ਅਸੀਂ ਉਹਦਾ ਸੰਸਕਾਰ ਸਿੱਖੀ ਮਰਜ਼ਾਦਾ ਸੰਸਕਾਰਾਂ ਮੁਤਾਬਕ ਕੀਤਾ। ਭਾਈ ਨੱਥਾ ਸਿੰਘ ਕਹਿੰਦੇ ਉਹਦੇ 6-6 ਇੰਚ ਲੰਮੇ ਕੇਸ ਸਨ ਤੇ ਉਹਦੀ ਫੋਟੋ ਬੰਬਈ ਤੋਂ ਇੱਕ ਆਪਾਂ ਕਹੀਏ ਪੱਤਰਕਾ ਅਖਬਾਰ ਨਿਕਲਦਾ ਸੀ। ਉਹ ਅਖਬਾਰ ਦਾ ਨਾਮ ਸੀ ਬਲਿਟਜ, ਲੱਲੇ ਨਾਲ ਬਲਿਟਜ ਅਖਬਾਰ ਦੀ 26 ਮਾਰਚ ਤੇ 1949 ਨੂੰ ਉਹਦੇ ਵਿੱਚ ਉਹ ਫੋਟੋ ਛਪੀ, ਜਿਹੜੀ ਫੋਟੋ ਇੱਥੋਂ ਦਿੱਲੀ ਦੇ ਰਹਿਣ ਵਾਲੇ ਸਨ ਬਾਬੂ ਸ਼ਾਮ ਲਾਲ, ਉਹਨਾਂ ਨੇ ਫਾਂਸੀ ਚੜ੍ਹਨ ਤੋਂ ਕੁਝ ਮਿੰਟ ਪਹਿਲਾਂ ਖਿੱਚੀ ਸੀ। ਹੁਣ ਸਾਰੇ ਹਵਾਲੇ ਤੁਹਾਡੇ ਸਾਹਮਣੇ ਰੱਖਤੇ, ਪਰ ਕਿੱਥੋਂ ਹੋਇਆ ਸਾਰਾ ਕੁਝ? ਕੀਮਤ ਕੌਣ ਕਰੇ ਤੁਧ ਭਾਵਾਂ। ਭਾਈ ਰਣਧੀਰ ਸਿੰਘ ਵਰਗੇ ਜਿਹੜੇ ਗੁਰੂ ਨੂੰ ਭਾਏ ਹੋਏ ਤੇ ਗੁਰੂ ਨੂੰ ਪਰਨਾਏ ਹੋਏ, ਰੱਬੀ ਰੰਗ ਵਿੱਚ ਰੱਤੀ ਹੋਈ ਰੂਹ, ਉਹਦੇ ਬੋਲਾਂ ਨੇ ਭਗਤ ਸਿੰਘ ਕਹਿੰਦੇ ਮੇਰਾ ਜੀਵਨ ਬਦਲ ਦਿੱਤਾ, ਮੇਰਾ ਮਰਨਾ ਵੀ ਸਕੂਨ ਵਾਲਾ ਹੋ ਜਾਏਗਾ ਤੇ ਮੈਂ ਹੱਸ ਹੱਸ ਸ਼ਹੀਦੀ ਪਾ ਜਾਵਾਂਗਾ। ਇਸ ਲਈ ਗੁਰੂ ਪਿਆਰਿਓ, ਪਰ ਉਸ ਪਾਸੇ ਨੂੰ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪ੍ਰਗਟ ਦੂਜਾ ਪਾਸਾ ਕੀਤਾ ਜਾ ਰਿਹਾ। ਤੁਸੀਂ ਜਾਣਦੇ ਹੋ ਮੇਰਾ ਵਿਸ਼ਾ ਕੇਵਲ ਇੰਨਾ ਹੀ ਹੈ ਵੀ ਜਿਹੜੇ ਰੱਬ ਨੂੰ ਭਾ ਜਾਂਦੇ, ਜਿਹੜੇ ਗੁਰੂ ਨੂੰ ਭਾ ਜਾਂਦੇ ਆ, ਉਹਨਾਂ ਦੀ ਕੋਈ ਕੀਮਤ ਨਾ ਤੇ ਕਹਿ ਸਕਿਆ ਤੇ ਨਾ ਹੀ ਕਹਿ ਸਕੇਗਾ। ਕਿਉਂਕਿ ਉਹ ਸਾਹਿਬ ਦੀ ਅੰਮ੍ਰਿਤ ਬਾਣੀ ਆਪਾਂ ਇਦਾਂ ਵੀ ਬਚਨ ਪੜ੍ਹਨੇ, ਹਰ ਕਾ ਸੇਵਕ ਹਰਿ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ, ਤੇ ਕਿਤੇ ਆਪਾਂ ਪੜ੍ਹਨੇ ਕਲਗੀ ਵਾਲੇ ਪਾਤਸ਼ਾਹ ਦੇ ਬਚਨ ਕਿ ਹਰ ਜਨ ਦੁਈ ਏਕ ਹੈ, ਬਹਿਬ ਵਿਚਾਰ ਕਛ ਨਾਹੇ, ਰੱਬ ਤੇ ਰੱਬ ਦੇ ਪਿਆਰੇ ਇੱਕ ਹੋ ਜਾਂਦੇ ਨੇ। ਇਸ ਲਈ ਉਹਨਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਅਗਲੀਆਂ ਰੱਬੀ ਬਾਣੀ ਦੀਆਂ ਪੰਕਤੀਆਂ ਨੇ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਹੁਣ ਫਰਕ ਵੇਖਿਓ, ਜਿਹੜੇ ਰੱਬ ਦੇ ਪਿਆਰੇ ਨੇ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਰੱਬ ਸਦਾ ਮੇਰੇ ਨਾਲ ਹੈ, ਦੂਰ ਨਾ ਜਾਣਾ, ਨੇਰਾ ਹੈ ਨਾ ਹੀ ਦੂਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦੂਰ ਨਹੀਂ ਹੈ, ਤੇਰੇ ਨਾਲ ਹੈ। ਤੇ ਦੂਰ ਕੌਣ ਜਾਣਦਾ ਜੀ? ਸਾਹਿਬ ਕਹਿੰਦੇ ਰੱਬ ਜਦੋਂ ਮੈਂ ਅੱਖਾਂ ਨਾਲ ਵੇਖਣਾ ਬਾਹਰ ਉਦੋਂ ਵੀ ਨੇੜੇ ਹੈ, ਜਦੋਂ ਮੈਂ ਕੰਨਾਂ ਨਾਲ ਸੁਣਦਾ ਉਦੋਂ ਵੀ ਨੇੜੇ ਹੈ, ਪਰ ਜਿਹਦੇ ਤੇ ਭਰਮ ਦਾ ਪਰਦਾ ਪੈ ਜਾਏ ਉਹ ਹਮੇਸ਼ਾ ਦੂਰ ਸਮਝਦਾ ਹੈ। ਪੇਖਤ ਸੁਣਤ ਸਦਾ ਹੈ ਸੰਗੇ। ਰੱਬ ਨੂੰ ਮੈਂ ਵੇਖਣਾ ਜਿਹਦੇ ਅੰਦਰ ਪ੍ਰਗਟ ਹੋ ਗਿਆ, ਸਾਹਿਬ ਕਹਿੰਦੇ ਨੇੜੇ ਹੈ। ਸੁਣਦਾ ਤੇ ਉਹਦੇ ਬੋਲ ਹੀ ਸੁਣਦੇ ਹੈ, ਪਰ ਮੈਂ ਮੂਰਖ ਜਾਣਿਆ ਦੂਰੀ ਰੇ। ਜਿਹੜਾ ਮੂਰਖ ਹੋ ਗਿਆ, ਜਿਹਦੇ ਤੇ ਭਰਮ ਦਾ ਪਰਦਾ ਪੈ ਗਿਆ, ਦੁਨੀਆ ਦੀ ਮਾਇਆ ਪੈ ਗਈ, ਗੁਰੂ ਨਾਲੋਂ ਟੁੱਟ ਗਿਆ, ਉਹ ਦੂਰ ਜਾਣਦਾ ਹੈ। ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ, ਦੂਰ ਨਾ ਜਾਣਾ ਅੰਤਰ ਮਾਨਾ, ਉਹਨੂੰ ਅੰਦਰੋਂ ਮੰਨ ਲਿਆ। ਹਰ ਕਾ ਮਹਿਲ ਪਛਾਨਾ। ਹੁਣ ਜਿਹਨੇ ਨੇੜੇ ਜਾਂਦੇ ਆ, ਸਾਹਿਬ ਕਹਿੰਦੇ ਉਹਨੇ ਹਰ ਕਾ ਮਹਿਲ ਪਛਾਣ ਲਿਆ, ਪਰ ਪਛਾਣਿਆ ਕੀ ਨੇ? ਜਿਹਨੇ ਨੇੜੇ ਵੇਖਿਆ, ਜਿਹਨੇ ਦੇਖ ਦਿਖਾਵੇ ਢੋਲੋ ਕੀਤਾ, ਜਿਹਨੇ ਉਹਦੇ ਇਬਾਦਤ ਕੀਤੀ, ਵੈਸਾਖ ਭਲਾ ਸਾਖਾਂ ਵੇਸ ਕਰੇ। ਜਿਹੜਾ ਚੇਤੇ ਕਰਦਾ ਰਿਹਾ ਉਹਨੇ ਇੱਕ ਦਿਨ ਨੇੜੇ ਵੇਖਿਆ। ਤੇ ਨਾਲ ਬੇਨਤੀ ਯਾਦ ਰੱਖਿਓ, ਨੇੜੇ ਵੇਖ ਹੋ ਹੀ ਸਕਦਾ ਹੈ ਜਿਹਦੇ ਅੰਦਰੋਂ ਪ੍ਰਗਟ ਹੋ ਗਿਆ, ਤੇ ਪ੍ਰਗਟ ਕਦੇ ਵੀ ਗੁਰੂ ਬਿਨਾਂ ਨਹੀਂ ਹੁੰਦਾ। ਭਾਈ ਗੁਰਦਾਸ ਜੀ ਬੜਾ ਸੋਹਣਾ ਲਿਖਦੇ ਨੇ, ਉਹਨਾਂ ਦੇ ਰੱਬੀ ਬਾਣੀ ਦੇ ਬੋਲ ਨੇ। ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਓ, ਸੁਣਿਓ ਸ਼ਬਦਾਂ ਨਿਚੋੜ ਨਾਲ, ਜਿੰਨੇ ਮਰਜ਼ੀ ਯਤਨ ਕਰ ਲਓ, ਗੁਰੂ ਸ਼ਬਦ ਬਿਨਾਂ ਕਦੇ ਮੁਕਤ ਨਹੀਂ ਹੋਣਾ। ਭਾਈ ਗੁਰਦਾਸ ਜੀ ਪਤਾ ਕੀ ਲਿਖਦੇ ਆ? ਕਹਿੰਦੇ ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈ ਹੈ। ਕਹਿੰਦੇ ਬਿਲਕੁਲ ਸੰਖੇਪ ਕਹਦੇ ਆ, ਕਹਿੰਦੇ ਚੂਹਿਆਂ ਨੇ ਇੱਕ ਕੜੰਡਿਆਲ ਆ ਜਿਹੜਾ ਟੱਲੀ ਉਹ ਬਣਾ ਲਈ ਵੀ ਬਿੱਲੀ ਦੇ ਗਲ ਪਾਵਾਂਗੇ, ਕਹਿੰਦੇ ਅਸੰਭਵ ਹੈ। ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈ ਹੈ। ਇੱਥੇ ਬਸ ਨਹੀਂ, ਕਹਿੰਦੇ ਮਤਾ ਪਕਾਇਆ ਮੱਖੀਆਂ ਘੇ ਅੰਦਰ ਨਹਾਈ ਹੈ। ਕਹਿੰਦੇ ਮੱਖੀਆਂ ਨੇ ਮਤਾ ਪਕਾ ਲਿਆ ਵੀ ਆਪਾਂ ਘਿਓ ਚ ਨਹਾਈਏ, ਕਹਿੰਦੇ ਵੀ ਅਸੰਭਵ ਹੈ। ਇੱਥੇ ਬਸ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਸੂਕਤ ਲਹੇ ਨਾ ਕੀੜਿਆਂ ਕਿਉਂ ਝੱਥ ਲੰਘਾਈ ਹੈ। ਜਿਹੜਾ ਸੂਕਤ ਹੈ, ਸੂਤਕ ਹੈ, ਉਹ ਕਦੇ ਵੀ ਚੂਹਿਆਂ ਤੋਂ ਲੈਂਦਾ ਨਹੀਂ, ਉਹ ਕੀੜਿਆਂ ਤੋਂ ਲੈਂਦਾ ਨਹੀਂ, ਉਹਨਾਂ ਕੋਲ ਟਾਈਮ ਨਹੀਂ। ਇਦੋਂ ਅੱਗੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦੇ ਕੂੰਜੜੀਆਂ ਵੈਸਾਖ ਵਿੱਚ ਜਿਉਂ ਜੂਹ ਪਰਾਈ ਹੈ। ਵੈਸਾਖ ਦੇ ਮਹੀਨੇ 'ਚ ਜਿਹੜੀਆਂ ਕੂੰਜਾਂ ਉਹ ਆਉਂਦੀਆਂ ਪਰਾਈ ਜੂਹ ਵਿੱਚ, ਪਰ ਸਦਾ ਉੱਥੇ ਰਹਿ ਨਹੀਂ ਸਕਦੀਆਂ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਫੈਸਲਾ, ਕਹਿੰਦੇ ਗੁਰਬੈਨ ਮੁਕਤ ਨਾ ਹੋਵਈ ਕਿਉਂ ਆਈਆ ਜਾਈਆ। ਕਹਿੰਦੇ ਇਸੇ ਤਰੀਕੇ ਨਾਲ ਕਦੇ ਵੀ ਗੁਰੂ ਤੋਂ ਬਿਨਾਂ ਮੁਕਤੀ ਹੈ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ, ਆਉਣ ਜਾਣ ਬਣਿਆ ਰਹਿੰਦਾ ਹੈ। ਇੱਥੇ ਬਸ ਨਹੀਂ, ਭੱਟ ਸਾਹਿਬਾਨ ਵੀ ਰੋਜ਼ ਸਾਨੂੰ ਜਿਹੜੇ ਰੱਬੀ ਬਾਣੀ ਨੂੰ ਅਕਸਰ ਪੜ੍ਹਦੇ ਹੋ ਸੋਈਆਂ ਨੂੰ
गुर बिन सुरत न सिद्ध गुरु बिन मुक्त न पाईए। भट्ट साहिबान भी यही गल कहते ना। इत्थे ही बासनी साहिब अरबी बाणी च भी बचन कहते हैं, जे सो चंदा उग वह सूरज चढ़े हजार, इते चानन होंदे आ गुर बिन घोर अंधार। ते संगत जी फिर बेनती समझियो, ਜਿਹੜੇ गुरु शब्द नाल जुड़ जाते ने, जिन्हां नूं गुरु शब्द का अभ्यास हो जाता है, वो रब नूं नेड़े जानते हैं। नहीं तो बंदा की करदा, नहीं हमेशा उन्होंने दूर जानदा। ते गुरु साहब कहते जिस दिन नेड़े जाने आ निकट बुझै सो बुरा क्यों करै। जिहने अनुभव कर लिया भी रब सदा मेरे नाल है, सदा मेरा साथी है, कह लगे वो कदे बुरा नहीं कर सकता, वो हमेशा ही संसार विच परोपकारी ते चंगा जीवन जिउंदा है। ते फिर की हुंदा, नानक बैसाखी प्रभ भावै सुरत शब्द मन माना। सह पावन शब्द की अंतली पंक्ति च बख्शिश करते हैं कि जिन्हां दे अंदर रब्बी नाम का रस रब नूं चेता करदिआं बन जाता है, वो वैसाख दे महीने विच, वैसाखी वैसाख दे महीने विच प्रभ भावै परमात्मा नूं भा जाते हैं। तो बस संगत जी करना यही है, जिमें जिमें कोई गुरु शब्द नाल जुड़दा है, जिमें जिमें वो परमात्मा दे नेड़े हुंदा है, ਉਹਦੇ अवगुण मिटने शुरू हो जाते हैं, गुण ਉਹਦੇ 'ਚ प्रगट होने शुरू हो जाते हैं, उवें उवें वो परमात्मा के नेड़े हो जाता है। सुरत शब्द मन माना, फिर उन्हां दी जिहड़ी सुरत है, तत्ते दी सिहारी कहंदी है, सुरत शब्द ਉਹਦੀ सुरत शब्द विच लीन हो जाती है। सुरत के शब्द का मार्ग उन्होंने समझ आ जाता है, मन मन जाता है। हुण फिर सुनियो बेनती, जिहदा मन मन गया उन्होंने पता लग जाता है, ऐसा नाम निरंजन होए जे को मन जाना है। टिप्पी नाल है ना, जे को मन जाना है मन कोए। जे कोई माने गल नूं मन जाए भी रब का नाम कालख तो रहत है, वो धब्बियां तो दाग तो रहत है, निरंजन है। तो जिदे मन मन गया उदे सुरत है जिहड़ी वो शब्द विच जुड़ जाती है, उदे उहनूं पता लगता है कि शब्द गुरु, सुरत धुन चेला। सुरत फिर शब्द के पिछे जाती है। तो बड़े सोहने शब्द विद्वानां ने इत्थे लिखे है कि जिमें कोई भी चीज़ अपने देश वाल नूं भजदी है, अपने मूल वाल नूं भजदी है। पंजे तत्त अपने मूल वाल जाते हैं ना, अग नूं किते भी बालो उपर जाती है, पानी नूं कितों छड्डो थल्ले नूं आउंदा। बिल्कुल जिहड़ी सुरत है ये फिर अपने मालक वाल परमात्मा वाल जाती है। पर कदों, जदों मन माना। इसलिए साहब रहमत करन, इस महीने तो भाव साडा जिहड़ा वेस है वो शाखां जिहड़ियां हरियावल हो जाए। होएगी किदां, बैसाख भला साखां वेस करे, पर हुंदा किदां, नानक बैसाखी प्रभ भावै सुरत शब्द मन माना। इन्नियां बेनतियां प्रवान करनियां। गुरु अगे अरदास करके बेनती करिया करो, धन देखै हरद्वार आवो दया करे। मालक जी मेरे हिरदे विचों प्रगट होवो। जे तू हिरदे चों प्रगट हो गया फिर कीमत तो पार गल चली जाएगी। जिन्हों वो विसर गया तुद बिन अड ना मोलो। इसलिए मालक रहमत करे, सब ते एक कृपा होवे, सारे हिरदे मालक नाल जुड़न। जिस थां ते बैठे हो सतगुरु कृपा की छटी साडे सिर ते रख के भी रहमतां दी दात साडी झोली च पाउण। धन गुरु ग्रंथ साहिब जी का कोटान कोट धन्नवाद। समुची दिल्ली सिख गुरुद्वारा प्रबंधक कमेटी का बहुत बहुत धन्नवाद। गुरु के वजीर साहिबान समुची साध संगत का धन्नवाद। भुलां दास दियां समझ के छड़ देनियां, बचन साहिब दे जान के हिरदियां ते वसा लैने। भुलां चुकां दी मुआफ़ी बख्शदियां असीसां देनियां। देहो सज्जन असीसड़ियां, जो होवै साहिब स्यो मेल। वाहिगुरू जी का खालसा, वाहिगुरू जी की फतेह।